ਸਤਿਨਾਮ ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਪਗ ਪੰਕਜ ਬੰਦਨ, ਪਗ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਵਾ, ਹਿਰਦੈ ਨਿਤ ਧਿਆਵਾ। ਸ੍ਰੀ ਗੁਰੂ ਰਾਮਦਾਸ ਗੁਣ ਗਾਵਾ, ਸ੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਸ੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਾਰ ਜੋਰੀ, ਨਮੋ ਕਾਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰੋ ਤਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦਾ ਬਾਰ ਬਾਰ ਜਗਦੀਸਾ, ਜਾ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਰ ਬੰਦਹੁ ਕਰ ਅਨੁਰਾਗ। ਇਕ ਓੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ, ਸਗਲ ਦੁਆਰ ਕੋ ਛਾੜ ਕੇ, ਗਹਿਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਵਾਹਿਗੁਰੂ ਜੀ ਮੇਲ ਰਖਨ ਕੀ ਕਰ ਬਹੁ ਬਾਤੈ, ਕਹਿਓ ਰਹੋ ਤੁਮ ਇਹਾਂ ਵਖਿਆਤੈ। ਆਪ ਪ੍ਰਤਾਪੀ ਸਤਿਗੁਰ ਸਾਚੇ, ਹਮ ਰਹਿ ਆਗਿਆ ਮੈਂ ਸਦ ਰਾਚੇ। ਪਰਮ ਸਨਮਾਨਯੋਗ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਮਿਹਰਮਤ ਦਾ ਸਦਕਾ ਰੋਜ਼ ਵਾਂਗ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਦੁਨਿਆਵੀ ਕੰਮਾਂ ਕਾਰਾਂ ਨੂੰ ਸੰਕੋਚ ਕੇ
ਰੁਝੇਵਿਆਂ ਭਰੀ ਜ਼ਿੰਦਗੀ ਚੋਂ ਵਕਤ ਕੱਢ ਕੇ ਦੂਰੋਂ ਨੇੜੇ ਚੱਲ ਕੇ ਸ਼ਰਧਾ ਭਾਵਨਾ ਚਾਉ ਨਾਲ ਸਾਹਿਬੇ ਕਮਾਲ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਤਾਜਾਂ ਤੇ ਤਖਤਾਂ ਦੇ ਮਾਲਕ ਨੀਲੇ ਦੇ ਸ਼ਾਹ ਸਵਾਰ ਦਸਮ ਪਿਤਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਪਾਵਨ ਅਸਥਾਨ ਖਾਲਸਾ ਪੰਥ ਜੀ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਜੀ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਜੇ ਹੋਏ ਸੁੰਦਰ ਦਰਬਾਰ ਅੰਦਰ ਜੁੜ ਬੈਠ ਕਰਕੇ ਸਨਮਾਨਯੋਗ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦੇ ਲਾਹੇ ਪ੍ਰਾਪਤ ਕਰ ਰਹੇ ਸੀ। ਉਪਰੰਤ ਸਮਾਂ ਹੋਇਆ ਚੱਲ ਰਹੀ ਲੜੀਵਾਰ ਸ੍ਰੀ ਗੁਰਪੰਥ ਪ੍ਰਕਾਸ਼ ਇਤਿਹਾਸਕ ਗ੍ਰੰਥ ਦੀ ਇਤਿਹਾਸਕ ਕਥਾ ਸਰਵਣ ਕਰਨ ਦਾ। ਸੋ ਆਓ ਜਿੱਥੇ ਆਪਾਂ ਸਰੀਰਕ ਤੌਰ ਤੇ ਗੁਰੂ ਦਰਬਾਰ ਅੰਦਰ ਗੁਰੂ ਚਰਨਾਂ ਵਿੱਚ ਜੁੜ ਬੈਠੇ ਹਾਂ, ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਮਨੋਬਿਰਤੀਆਂ ਲੜੀਵਾਰ ਇਤਿਹਾਸਕ ਪ੍ਰਸੰਗ ਨਾਲ ਜੋੜਨਾ ਕਰੀਏ। ਕੱਲ ਤੱਕ ਆਪ ਜੀ ਨੇ ਸਰਵਣ ਕੀਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਥਾਪੜਾ ਪ੍ਰਾਪਤ ਕਰਕੇ ਪੰਜਾਬ ਦੀ ਧਰਤੀ ਤੇ ਆਏ। ਉਹਨਾਂ ਨੇ ਸਮਾਣੇ ਨੂੰ ਜਿੱਤਿਆ, ਸਮਾਣੇ ਨੂੰ ਫਤਿਹ ਕੀਤਾ। ਸਮਾਣੇ ਦੇ ਜਿਤਨੇ ਵੀ ਦੋਸ਼ੀ ਸੀ ਸਾਰੇ ਗੁਨਾਹਗਾਰਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ। ਬਾਬਾ ਜੀ ਨੇ ਦਾਮਲਾ ਫਤਿਹ ਕੀਤਾ। ਮੁਸਤਫਾਬਾਦ ਕਪੂਰੀ ਇਤਿਆਦਿਕ ਜਿੱਤਦੇ ਹੋਏ ਜਦੋਂ ਸਢੌਰੇ ਪਹੁੰਚੇ ਨੇ, ਸਢੌਰੇ ਦੇ ਹਾਕਮਾਂ ਨੇ ਕੁਝ ਤਿਆਰੀ ਕੀਤੀ। ਇੱਥੇ ਲੜਾਈ ਹੋਈ ਗਏ ਗੱਜ। 2 ਪਹਿਰ ਤੁਰਕ ਸੈਨਾ ਸਿੱਖਾਂ ਤੇ ਭਾਰੂ ਰਹੀ। ਅਖੀਰ ਬਾਬਾ ਬੰਦਾ ਸਿੰਘ ਬਹਾਦਰ ਆਪ ਮੈਦਾਨੇ ਜੰਗ ਵਿੱਚ ਉਤਰੇ ਔਰ ਐਸੀ ਲੜਾਈ ਹੋਈ। ਭਾਈ ਸਾਹਿਬ ਲਿਖਦੇ ਨੇ ਵੀ ਚੁਣ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਮੁਖੀਏ ਗੱਡੀ ਚਾੜੇ। ਅਖੀਰ ਛੋਟ ਦੇਤੀ ਵੀ ਪੂਰੇ ਸਮਾਣੇ ਨੂੰ ਬਰਬਾਦ ਕੀਤਾ ਜਾਏ। ਖਾਲਸਾ ਫੌਜਾਂ ਉਸ ਤਰ੍ਹਾਂ ਦੇ ਲੋਕ ਟੁੱਟ ਕੇ ਪੈ ਗਏ। 8 ਪਹਿਰ ਤੱਕ ਇਹ ਸਾਰਾ ਕੁਝ ਚੱਲਦਾ ਰਿਹਾ। ਅਖੀਰ ਜਦੋਂ ਉਹਨਾਂ ਵੇਖਿਆ ਸਮਾਣੇ ਦੇ ਜਿਹੜੇ ਪ੍ਰਭਾਵ ਵਾਲੇ ਅਮੀਰ ਬੰਦੇ ਸੀ, ਤੁਰਕ ਰਹੀਸ਼ ਦੁਤੀ ਦਿਨ ਸਾਰੇ ਬੰਦੇ ਟਿਗੇ ਆਏ ਮਿਲ ਸਾਰੇ। ਰਹੀਸ਼ ਬੰਦੇ ਅਮੀਰ ਤਕੜੇ ਨਾਮਵਰ ਪ੍ਰਭਾਵਸ਼ਾਲੀ ਬੰਦੇ ਇਕੱਠੇ ਹੋ ਕੇ ਨਾ ਆਪਣੇ ਮੂੰਹ ਦੇ ਵਿੱਚ ਘਾਹ ਪਾ ਕੇ ਲੈ ਕੇ ਆਏ ਨੇ, ਗਲਾਂ 'ਚ ਪੱਲੇ ਪਾ ਕੇ ਹੱਥ ਜੋੜ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਰਨ ਵਿੱਚ ਆਏ ਨੇ, ਬੇਨਤੀ ਕਰਨ ਲੱਗੇ ਨੇ। ਇੱਥੋਂ ਤੱਕ ਕੱਲ ਆਪਾਂ ਲੜੀਵਾਰ ਇਤਿਹਾਸ ਨੂੰ ਵਾਚਿਆ ਸੀ, ਵਿਚਾਰਿਆ ਸੀ। ਅਗਲਾ ਪ੍ਰਸੰਗ ਸਰਵਣ ਕਰਨ ਲਈ ਗੁਰੂ ਦਰਬਾਰ ਅੰਦਰ ਜੁੜ ਬੈਠੇ ਹੋ। ਬਹੁਤ ਸਾਰੀ ਸੰਗਤ ਆਪਣੇ ਘਰਾਂ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਰਹੀ ਹੈ। ਆਓ ਅਗਲੇ ਪ੍ਰਸੰਗ ਨਾਲ ਜੁੜੀਏ। ਉਸ ਤੋਂ ਪਹਿਲਾਂ ਇੱਕ ਵਾਰ ਸਾਰੀ ਸੰਗਤ ਫਤਿਹ ਦੀ ਸਾਂਝ ਪਾਓ। ਸਾਰੇ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਮੇਲ ਰਖਣ ਕੀ ਕਰ ਬਹੁ ਬਾਤੈ, ਕਹਿਓ ਰਹੋ ਤੁਮ ਇਹਾਂ ਵਖਿਆਤੈ। ਗਿਆਨੀ ਗਿਆਨ ਸਿੰਘ ਜੀ ਸ੍ਰੀ ਗੁਰਪੰਥ ਪ੍ਰਕਾਸ਼ ਇਤਿਹਾਸਕ ਗ੍ਰੰਥ ਦੀ ਇਤਿਹਾਸਕ ਕਥਾ ਨੂੰ ਬੜੇ ਰਿਸਪੈਕਟ ਨਾਲ ਗਾਂ ਤੋਰਦਿਆਂ ਲਿਖਦੇ ਨੇ, ਬੜੇ ਧਿਆਨ ਨਾਲ ਸਰਵਣ ਕਰਿਓ। ਗਿਆਨੀ ਜੀ ਕਹਿੰਦੇ ਜਦੋਂ ਚੰਗਾ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ, ਵੱਡੀ ਗਿਣਤੀ ਦੇ ਵਿੱਚ ਦੋਸ਼ੀਆਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਭੁਗਤਾਤੀ, ਮਾਰ ਦਿੱਤੇ ਗਏ, ਲੁੱਟ ਖਸੁੱਟ ਹੋਈ ਹੈ। ਔਰ ਗਿਆਨੀ ਜੀ ਨੇ ਇੱਥੋਂ ਤੱਕ ਲਿਖਿਆ, ਕਹਿੰਦੇ ਫਿਰ ਉਹ ਲੋਕ ਮੂੰਹਾਂ 'ਚ ਘਾਹ ਪਾ ਕੇ ਗਲ 'ਚ ਪੱਲਾ ਪਾ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਆ ਕੇ ਬੇਨਤੀਆਂ ਕਰਨ ਲੱਗੇ ਨੇ, ਮੇਲ ਰੱਖਣ ਕੀ ਕਰ ਬਹੁ ਬਾਤੇ, ਵੀ ਅਸੀਂ ਤੁਹਾਡੇ ਨਾਲ ਮੇਲ ਮਿਲਾਪ ਰੱਖਣਾ ਚਾਹੁੰਦੇ ਹਾਂ, ਅਸੀਂ ਤੁਹਾਡੇ ਨਾਲ ਵਿਗਾੜ ਨਹੀਂ ਚਾਹੁੰਦੇ। ਤੇ ਫਿਰ ਕਹਿੰਦੇ ਕਹਿਓ ਰਹੋ ਤੁਮ ਇਹਾਂ ਬਖਿਆਤੇ, ਵੀ ਤੁਸੀਂ ਇੱਥੇ ਰਹੋ, ਅਸੀਂ ਤੁਹਾਡੀ ਅਧੀਨਗੀ ਕਬੂਲਦੇ ਹਾਂ, ਅਸੀਂ ਤੁਹਾਡੀ ਅਧੀਨਗੀ ਪ੍ਰਵਾਨ ਕਰਦੇ ਹਾਂ। ਪਰ ਹੁਣ ਕਤਲੇਆਮ ਬੰਦ ਕਰੋ, ਮਾਰ ਕੁਟਾਈ ਬੰਦ ਕਰੋ, ਲੁੱਟ ਖੋਹ ਬੰਦ ਕਰੋ, ਸਾਡੇ ਤੇ ਤਰਸ ਕਰੋ, ਦਇਆ ਕਰੋ। ਅਸੀਂ ਤੁਹਾਡੇ ਨਾਲ ਜਿਵੇਂ ਤੁਸੀਂ ਕਹੋ ਉਸੇ ਤਰ੍ਹਾਂ ਦਾ ਮੇਲ ਮਿਲਾਪ ਰੱਖਣਾ ਚਾਹੁੰਦੇ ਹਾਂ। ਇਹਨਾਂ ਨੇ ਵੇਖ ਲਿਆ ਵੀ ਹੋਰ ਕੋਈ ਹੱਲੇ ਨਹੀਂ ਹੈ, ਹੋਰ ਕੋਈ ਹੱਲ ਨਹੀਂ ਹੈ ਬੰਦਾ ਸਿੰਘ ਬਹਾਦਰ ਦੀ ਇਸ ਮਾਰ ਤੋਂ ਬਚਣ ਲਈ। ਇਹਨਾਂ ਨੇ ਦਾ ਖੇਡਿਆ, ਬਣਾ ਸਵਾਰ ਕੇ ਕਹਿੰਦੇ ਹਨ, ਆਪ ਪ੍ਰਤਾਪੀ ਸਤਿਗੁਰ ਸਾਚੇ, ਹਮ ਰਹਿ ਆਗਿਆ ਮੈਂ ਸਦ ਰਾਚੇ। ਕਹਿੰਦੇ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਆਪ ਜੀ ਦਾ ਪ੍ਰਤਾਪ ਬੜਾ ਵੱਡਾ ਹੈ,
ਆਪ ਜੀ ਪ੍ਰਤਾਪੀ ਹੋ, ਸਤਿਗੁਰੂ ਸੱਚੇ ਵਾਂਗ ਹੀ ਪ੍ਰਤਾਪੀ ਸਤਿਗੁਰੂ ਨੇ ਤੁਹਾਨੂੰ ਭੇਜਿਆ। ਹਮ ਰਹਿ ਆਗਿਆ ਮੈਂ ਸਦ ਰਾਚੇ ਸੀ, ਤੁਹਾਡੀ ਆਗਿਆ ਚ ਤੁਹਾਡੇ ਹੁਕਮ ਦੇ ਮੁਤਾਬਕ ਤੁਹਾਡੇ ਅਕਾਊਂਟਿੰਗ ਰਹਾਂਗੇ, ਜਿਵੇਂ ਤੁਸੀਂ ਸਾਨੂੰ ਰੱਖਣਾ ਚਾਹੋ, ਪਰ ਜਾਨ ਬਖਸ਼ ਦਿਓ, ਤਰਸ ਕਰੋ ਜੀ। ਹਮ ਮੁਰੀਦ ਤੁਮ ਮੁਰਸ਼ਦ ਪੂਰੇ, ਰੱਖ ਹੈ ਮੇਲ ਤੋਂ ਵੱਡ ਹੈ ਜ਼ਹੂਰੇ। ਉਹ ਕਹਿੰਦੇ ਆਓ ਕਰੋ, ਤੁਸੀਂ ਜਿਹੜਾ ਤੁਹਾਡਾ ਪ੍ਰਤਾਪ ਬੜਾ ਵੱਡਾ ਹੈ, ਅਸੀਂ ਤੁਹਾਡੇ ਮੁਰੀਦ ਆ, ਚੇਲੇ ਆ ਕਹਿ ਲਓ, ਤੁਸੀਂ ਸਾਡੇ ਮੁਰਸ਼ਦ ਹੋ ਤੇ ਰੱਖ ਹੈ ਮੇਲ ਤੋਂ ਬੜਾ ਹੈ ਜ਼ਰੂਰੇ, ਤੁਸੀਂ ਬੜੇ ਪ੍ਰਤਾਪੀ ਹੋ ਤੇ ਤੁਹਾਡੇ ਨਾਲ ਅਸੀਂ ਮੇਲ ਰੱਖਣਾ ਚਾਹੁੰਦੇ ਆ। ਜੋ ਕੁਝ ਹੋ ਗਿਆ ਉਹਦੀਆਂ ਮਾਫੀਆਂ ਦਿਓ, ਉਹਦੀ ਅਸੀਂ ਸਜ਼ਾ ਭੁਗਤ ਲਈ ਹੈ, ਉਹਦਾ ਅਸੀਂ ਫਲ ਪਾ ਲਿਆ ਹੈ, ਪਰ ਅੱਗੇ ਵਾਸਤੇ ਉਹਨਾਂ ਨੇ ਬੇਨਤੀ ਕੀਤੀ ਹੈ। ਅਨਕ ਭਾਂਤ ਕੀ ਮਿੱਠੀ ਬਾतें ਕਰ ਬੰਦੇ ਕੋ ਭਏ ਪ੍ਰਮਾਤੇ। ਇਹਨਾਂ ਨੇ ਐਸੀਆਂ ਐਸੀਆਂ ਮਿੱਠੀਆਂ ਗੱਲਾਂ ਕਰੀਆਂ, ਮੋਮੋ ਠਗਣੀਆਂ ਗੱਲਾਂ ਜਿਹਨੂੰ ਆਪਾਂ ਕਹਿੰਦੇ ਆ, ਉਤੋਂ ਤੋਂ ਬੜੇ ਮਿੱਠੇ ਹੋ ਕੇ, ਬੜੇ ਪਿਆਰੇ ਹੋ ਕੇ, ਬੜੇ ਨਿਮਾਣੇ ਜੇ ਹੋ ਕੇ, ਬੜੇ ਗਰੀਬੜੇ ਜੇ ਹੋ ਕੇ, ਅੰਦਰੋਂ ਐਸੇ ਹੈ ਨਹੀਂ, ਪਰ ਢੌਂ ਕਰਦੇ ਨੇ ਉਸ ਤਰ੍ਹਾਂ ਦਾ, ਮੂੰਹਾਂ ਚ ਪਾ ਕੇ ਘਾਹ, ਗਲਾਂ ਚ ਪਾ ਕੇ, ਪੱਲੇ ਕੰਬਦੇ ਹੋਏ ਹੱਥਾਂ ਨਾਲ ਵਿਚਾਰੇ ਜੇ ਬਣ ਕੇ, ਸਾਊ ਜੇ ਬਣ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਨਮੁਖ ਬੇਨਤੀ ਕਰਦੇ ਨੇ, ਕਹਿੰਦੇ ਜੀ ਤੁਸੀਂ ਤੇ ਪ੍ਰਤਾਪੀ ਹੋ, ਤੁਸੀਂ ਤੇ ਬੜੇ ਵੱਡੇ ਹੋ, ਤੁਸੀਂ ਤੇ ਮਹਾਨ ਹੋ, ਅਸੀਂ ਆਪਣੇ ਕਰਮ ਦੀ ਸਜ਼ਾ ਭੁਗਤ ਲਈ ਹੈ। ਮਿੱਠੀਆਂ ਮਿੱਠੀਆਂ ਗੱਲਾਂ ਕਰਦਿਆਂ ਕਰਦਿਆਂ ਕਹਿੰਦੇ ਜੀ ਅਸੀਂ ਤਾਂ ਤੁਹਾਡੇ ਨਾਲ ਬਣਾ ਕੇ ਰੱਖਣੀ ਚਾਹੁੰਦੇ ਹਾਂ, ਜਿਵੇਂ ਤੁਸੀਂ ਚਾਹੋ। ਦਾ ਪੇਚ ਨੇ ਉਹਨਾਂ ਦੇ, ਕਹਿੰਦੇ ਨੇ ਜਦੋਂ ਮਿੱਠੀਆਂ ਮਿੱਠੀਆਂ ਗੱਲਾਂ ਕਰੀਆਂ, ਮਿੱਠੀਆਂ ਮਿੱਠੀਆਂ ਗੱਲਾਂ 'ਚ ਬੜੇ ਬੜੇ ਆ ਜਾਂਦੇ ਨੇ, ਮਾਫੀ ਦੇਣੀ। ਕਿਤੇ ਨਾ ਕਿਤੇ ਬਾਬਾ ਬੰਦਾ ਸਿੰਘ ਬਹਾਦਰ ਇਹਨਾਂ ਤੇ ਤਰਸ ਖਾ ਗਿਆ, ਇਹਨਾਂ ਦੀਆਂ ਮਿਹਨਤਾਂ ਤੇ ਉਹਨੂੰ ਤਰਸ ਆ ਗਿਆ, ਇਹਨਾਂ ਦੀਆਂ ਲੇਲੜੀਆਂ ਤੇ ਉਹਨੂੰ ਦਇਆ ਆਈ ਹੈ। ਇਹਨਾਂ ਨੇ ਜਿਹੜੀਆਂ ਮਿੱਠੀਆਂ ਗੱਲਾਂ ਕੀਤੀਆਂ ਨੇ ਉਹਦੇ ਵਿੱਚ ਬਾਬਾ ਜੀ ਆ ਗਏ ਹਨ। ਕਿਲਾ ਏਕ ਮੁਫਲਸ ਗੜ ਤਹਾਂ, 10 ਕੋਸ ਤਹਿ ਤੈ ਦਿੜ ਮਹਾ। ਇਹਨਾਂ ਨੇ ਆਖਿਆ, ਕਹਿੰਦੇ ਜੀ ਕਿ ਇੱਥੇ ਸਾਡੇ ਕੋਲੇ ਕਿਲਾ, ਕਹਿੰਦੇ ਫੇਰ ਉਹ ਥੋੜੀ ਜੀ ਦੂਰ ਹੈਗਾ। ਉਹਨਾਂ ਨੇ ਆਪਣੇ ਵੱਲੋਂ ਬਾਬਾ ਬੰਦਾ, ਜਿਵੇਂ ਬੰਦਾ ਸਿੰਘ ਬਹਾਦਰ ਦੇ ਹੀ ਹੋਣ ਵਾਸਿਆਂ ਕਹਿ ਲਓ, ਜਿਵੇਂ ਬਹੁਤ ਜ਼ਿਆਦਾ ਸ਼ੁਭ ਚਿੰਤਕ ਹੋਣ ਬਾਬਾ ਜੀ ਦੇ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ। ਸੋ ਬੰਦੇ ਕੋ ਦਹਿਨਾ ਕੀਆ, ਸੰਗ ਲਿਜਾਏ ਦਿਖਾਏ ਪੇਦੀਆ। ਨਾਲ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਜੀ ਤੁਸੀਂ ਸਾਡੇ ਨਾਲ ਚਲੋ, ਕਿਲਾ ਪਿਆ, ਤੁਸੀਂ ਇਸ ਕਿਲੇ ਦੇ ਵਿੱਚ ਆਪਣੇ ਝੰਡੇ ਗੱਡੋ, ਆਪਣੇ ਕਿਲੇ ਦੇ ਵਿੱਚ ਰਿਹਾਇਸ਼ ਕਰੋ, ਆਪਣੇ ਤੁਹਾਡੇ ਸਿਪਾਹੀ, ਤੁਹਾਡਾ ਅਸਲਾ ਵਗੈਰਾ ਸਭ ਕੁਝ, ਇਹ ਕਿਲਾ ਤੁਹਾਡਾ ਹੀ ਹੈ, ਸਾਰਾ ਕੁਝ ਤੁਹਾਡਾ, ਸੀ ਵੀ ਤੁਹਾਡਾ ਹੀ ਹੈ। ਐਸੀਆਂ ਗੱਲਾਂ ਕਹੀਆਂ ਇਹਨਾਂ ਨੇ, ਐਸੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭਰਮਾ ਰਹੇ ਨੇ। ਨਾਲ ਲੈ ਕੇ ਸੰਗ ਲਿਜਾਏ ਦਿਖਾਏ ਪੀਦੀ ਆ, ਉਹ ਕਿਲਾ ਦਿਖਾ ਦਿੱਤਾ, ਕਹਿੰਦੇ ਜੀ ਆ ਕਿਲਾ ਤੁਹਾਡਾ ਹੀ ਹੈ, ਇਹਨੂੰ ਦੇਖ ਲਓ, ਜਿਵੇਂ ਤੁਸੀਂ ਆਖੋ ਇਹਦੀ ਤੋੜ ਭੰਨ ਵੀ ਕਰ ਸਕਦੇ ਹੋ, ਇਹਦੇ ਵਿੱਚ ਰਹਿਣਾ ਕਰੋ ਜੀ। ਕਰੀ ਦੋਸਤੀ ਕਸਮ ਨੇਮ ਕਰ, ਦਿਲ ਮੈਂ ਰਾਖਿਓ ਕਪਟ ਅਧਿਕ ਤਰ। ਉੱਪਰੋਂ ਉੱਪਰੋਂ ਦੋਸਤੀ ਕਰ ਰਹੇ ਨੇ, ਉੱਪਰੋਂ ਉੱਪਰੋਂ ਸਬੰਧ ਸਵਾਰ ਰਹੇ ਨੇ, ਉਤੋਂ ਉਤੋਂ ਬਹੁਤ ਪਿਆਰ ਦੀਆਂ ਗੱਲਾਂ। ਪਰ ਭਾਈ ਸਾਹਿਬ ਕਹਿੰਦੇ ਕਰੀ ਦੋਸਤੀ ਕਸਮ ਨੇਮ ਕਰ, ਕਸਮਾਂ ਖਾਧੀਆਂ ਇਹਨਾਂ ਨੇ, ਦਿਲ ਮੈਂ ਰਾਖਿਓ ਕਪਟ ਅਧਿਕ ਧਰ, ਪਰ ਮਨ ਚ ਕਪਟ ਹੈ, ਮਨ ਚ ਭੈਰ ਭਾਵਨਾ ਵੀ ਹੈ, ਮਨ ਚ ਉਹ ਸਚਾਈ ਨਹੀਂ ਹੈ। ਜ਼ਬਾਨ ਤੋਂ ਮਿੱਠੇ ਨੇ, ਦਿਲ ਤੋਂ ਉਹੀ ਕੁਝ ਹੈਗਾ, ਈਰਖਾ ਵੀ ਹੈ, ਸਾੜਾ ਵੀ ਹੈ, ਬੈਰ ਭਾਵਨਾ ਵੀ ਹੈ। ਔਰ ਇਹੋ ਜੀ ਮੁਹੱਬਤ ਨੂੰ, ਇਹੋ ਜੀਆਂ ਗੱਲਾਂ ਨੂੰ ਪ੍ਰਵਾਨਗੀ ਨਹੀਂ ਮਿਲਦੀ ਕਦੇ। ਭਾਈ ਸਾਹਿਬ ਕਹਿੰਦੇ ਇਹਨਾਂ ਨੇ ਅੰਦਰੋਂ ਕਪਟ ਰੱਖ ਕੇ ਨਾ ਬਾਬਾ ਬੰਦਾ ਸਿੰਘ ਬਹਾਦਰ ਪ੍ਰਤੀ ਮਿੱਠੀਆਂ ਮਿੱਠੀਆਂ ਗੱਲਾਂ ਕੀਤੀਆਂ ਹਨ। ਸਰਹੰਦ ਨਾਜ਼ਮ ਕੋ ਲਿਖ ਪਠਾ, ਮੇਲ ਹਮੈ ਕਾਫਰ ਸੋ ਠਟਾ। ਬੰਦਾ ਸਿੰਘ ਬਹਾਦਰ ਉਹ ਚਲੋ ਨੇ ਆਪਣੇ ਵਰਗੇ ਸਮਝੇ ਵੀ ਜਿਸ ਤਰ੍ਹਾਂ ਦੇ ਅਸੀਂ ਆ, ਸ਼ਾਇਦ ਇਹ ਵੀ ਇਸ ਤਰ੍ਹਾਂ ਦੇ ਹੋਣਗੇ। ਉਹ ਵਿਸ਼ਵਾਸ ਕਰ ਗਏ, ਯਕੀਨ ਕਰ ਗਏ। ਉਹਨਾਂ ਨੇ ਉਸ ਕਿਲੇ ਦੇ ਵਿੱਚ ਜਿਹੜਾ ਆਪਣਾ ਕਰ ਲਿਆ ਪ੍ਰਬੰਧ, ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਆਪਣਾ ਪ੍ਰਬੰਧ ਕੀਤਾ ਨਾ, ਇਹਨਾਂ ਨੇ ਪਤਾ ਕੀ ਕੀਤਾ, ਜਿਹੜੇ ਲੋਕ ਆਏ ਸੀਗੇ ਇਹਨਾਂ ਨੇ ਨਾਲੋਂ ਨਾਲ ਲਿਖ ਕੇ ਭੇਜਤਾ ਸਰਹੰਦ ਦੇ ਨਾਜ਼ਮ ਨੂੰ। ਸਰਹੰਦ ਦੇ ਨਾਜ਼ਮ ਨੂੰ ਕੀ ਲਿਖਿਆ, ਕਹਿੰਦੇ ਮੇਲ ਹਮੈ ਕਾਫਰ ਸੋ ਠਟਾ, ਕਹਿੰਦੇ ਅਸੀਂ ਕਾਫਰ ਨਾਲ, ਬੰਦਾ ਸਿੰਘ ਬਹਾਦਰ ਨੂੰ ਕਾਫਰ ਲਿਖ ਰਹੇ ਨੇ, ਕਹਿੰਦੇ ਅਸੀਂ ਕਾਫਰ ਨਾਲ ਮੇਲ ਕਰ ਲਿਆ, ਅਸੀਂ ਉਹਨਾਂ ਨਾਲ ਇੱਕ ਚਾਲ ਖੇਡੀ ਹੈ। ਇਹਨਾਂ ਨੇ ਜਿਵੇਂ ਲਿਖਿਆ, ਕੀ ਲਿਖਿਆ ਹੈ, ਹਮ ਇਸ ਕੋ ਪਰਚਾਏ ਰੱਖੇ ਹੈ, ਸਿੱਖ ਤਵੈ ਤੇ ਉਤਕਿਤ ਜੈ ਹੈ। ਕਹਿੰਦੇ ਅਸੀਂ ਇਹਨੂੰ ਗੱਲਾਂ 'ਚ ਲੈ ਲਿਆ, ਅਸੀਂ ਹੋਰ ਗੱਲਾਂ 'ਚ ਲਾ ਲੈਣਾ, ਅਸੀਂ ਮਿੱਠੀਆਂ ਮਿੱਠੀਆਂ ਗੱਲਾਂ ਮਾਰਨੀਆਂ ਨੇ, ਐਸੀਆਂ ਐਸੀਆਂ ਗੱਲਾਂ ਕਰਨੀਆਂ ਨੇ, ਅਸੀਂ ਇਹਦੇ ਹੀ ਹੋ ਜਾਣਾ, ਇਹਨੂੰ ਭੇਤ ਹੀ ਨਹੀਂ ਦੇਣਾ ਆਪਣਾ।
ਇਹਨਾਂ ਨੇ ਸਰਹੰਦ ਵੱਲ ਇਹ ਸੁਨੇਹਾ ਭੇਜਤਾ, ਲਿਖ ਕੇ ਭੇਜਤਾ, ਕਹਿੰਦੇ ਅਸੀਂ ਇਹਨੂੰ ਪਰਚਾ ਕੇ ਰੱਖਾਂਗੇ ਇਧਰਲੀਆਂ ਮਿੱਠੀਆਂ ਮਿੱਠੀਆਂ ਗੱਲਾਂ 'ਚ। ਸਿੱਖ ਤਵੈ ਇਤ ਉਤ ਕਿਤ ਜੈ ਹੈ। ਹੌਲੀ ਹੌਲੀ ਕੀ ਹੋਊਗਾ, ਸਿੱਖ ਇਹਦੇ ਤੇ ਸਾਡਾ ਇੰਨਾ ਵਿਸ਼ਵਾਸ ਕਰਨ ਲੱਗ ਜਾਣਗੇ, ਇੱਧਰ ਉੱਧਰ ਜਾਣ ਲੱਗ ਜਾਣਗੇ। ਇਹਨਾਂ ਨੇ ਆਖਿਆ, ਕਹਿੰਦੇ ਜਦੋਂ ਅਸੀਂ ਇਸ ਤਰ੍ਹਾਂ ਹੋ ਗਏ ਫਿਰ ਤੁਸੀਂ ਕੀ ਕਰਨਾ ਹੈ? ਲਿਖਿਆ ਹੈ ਤੁਮਕੋ ਖਬਰ ਤੁਰਤ ਹਮਦੈ ਹੈ, ਕਾਤਿਲ ਲਗਾਏ ਪਾਤ ਇਸ ਕਹਿ ਹੈ। ਇਹਨਾਂ ਨੇ ਇਹ ਲਿਖਿਆ ਵੀ ਜਦੋਂ ਇਸ ਤਰ੍ਹਾਂ ਹੋ ਗਿਆ ਨਾ, ਇਹਨਾਂ ਨੇ ਸਾਡੇ ਤੇ ਵਿਸ਼ਵਾਸ ਕਰ ਲਿਆ, ਯਕੀਨ ਕਰ ਲਿਆ, ਗੱਲ ਬਣ ਗਈ, ਉਦੋਂ ਫਿਰ ਅਸੀਂ ਤੁਹਾਨੂੰ ਲਿਖ ਕੇ ਭੇਜਾਂਗੇ। ਅੱਜ ਵਰਗੇ ਸਾਧਨ ਨਹੀਂ ਸੀਗੇ। ਅਸੀਂ ਤੁਹਾਨੂੰ ਲਿਖ ਕੇ ਭੇਜਾਂਗੇ, ਜਦੋਂ ਤੁਹਾਨੂੰ ਖਬਰ ਦੇਤੀ ਤੇ ਤੁਸੀਂ ਦਾਅ ਲਾ ਕੇ ਆਉਣਾ, ਪੂਰੀ ਸੈਨਾ ਲੈ ਕੇ ਆਉਣੀ ਤੇ ਇਹਨਾਂ ਸਾਰਿਆਂ ਦਾ ਮਲੀਆ ਮੇਟ ਕਰ ਦੇਣਾ। ਚਾਲ ਖੇਡੀ ਹੈ। ਪਹਿਲਾਂ ਤਾਂ ਲੇਲੜੀਆਂ ਕੱਢੀਆਂ ਨੇ, ਮਿੰਟਾਂ ਕੀਤੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਦੇ ਪੈਰਾਂ 'ਚ ਲੰਮੇ ਪੈ ਪੈ ਕੇ ਰੋ ਰੋ ਕੇ ਆਖਿਆ, ਸਾਡੀ ਜਾਨ ਬਖਸ਼ ਦਿਓ, ਜਾਨ ਦੀ ਭੀਖ ਮੰਗੀ ਹੈ। ਪਰ ਜਦੋਂ ਬਾਬਾ ਜੀ ਨੇ ਦਇਆ ਕੀਤੀ ਆਪਣੇ ਸੁਭਾਅ ਮੁਤਾਬਕ, ਪਰ ਹੁਣ ਦੇਖੋ ਕੈਸਾ ਦਗਾ ਖੇਡਣ ਲੱਗੇ ਹਨ। ਚੁਨਮੇ ਜੋ ਦੇ ਭਾਰੇ, ਦਿਲ ਕੇ ਭੇਤੀ ਰਖਿਓ ਤਿਆਰੇ। ਇਹਨਾਂ ਨੇ ਨਾ ਕੀ ਕੀਤਾ, ਹੌਲੀ ਹੌਲੀ ਆਲੇ ਦੁਆਲੇ ਰਹਿਣ ਲੱਗੇ। ਉੱਥੇ ਜਿਹੜੇ ਦਿਲ ਦਾ ਭੇਤ ਇਹਨਾਂ ਨੇ ਅੰਦਰਲਾ ਰਹਿਣਾ ਸ਼ੁਰੂ ਕਰਤਾ। ਚੋਣਵੇਂ ਯੋਧਿਆਂ ਦਾ ਇਹਨਾਂ ਨੇ ਖਾਸ ਭੇਤ ਲਿਆ ਹੈ। ਖੁਫੀਆ ਭੇਸ ਸਿੰਘਨ ਕੇ ਕਰ ਕਹਿ, ਹਮ ਬੁਲਵੈ ਹਾਂ ਤੋ ਅਈਓ ਚਰ ਕਹਿ। ਇਹਨਾਂ ਨੇ ਵੀ ਕਹਿਤਾ, ਕਹਿੰਦੇ ਅਸੀਂ ਵੀ ਚੋਣਵੇਂ ਸਿੱਖਾਂ ਨੂੰ ਉਸ ਸਮਾਂ ਤਿਆਰ ਕਰਕੇ ਰੱਖਾਂਗੇ ਤੇ ਅਸੀਂ ਖੁਫੀਆ ਭੇਸ ਵਿੱਚ ਹੋਵਾਂਗੇ, ਸਿੰਘਾਂ ਦੇ ਭੇਦ ਵਿੱਚ ਅਸੀਂ ਤੁਹਾਨੂੰ ਬੁਲਾਵਾਂਗੇ ਤੇ ਤੁਸੀਂ ਫੌਰਨ ਆ ਜਾਣਾ ਤੇ ਕਾਰਵਾਈ ਨੂੰ ਅੰਜਾਮ ਦੇਣਾ। ਮਤਲਬ ਧੋਖੇ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਰਨਾ ਚਾਹੁੰਦੇ ਹਨ। ਬੰਦੇ ਕਾਫਰ ਕੋ ਫੜ ਲਈਓ, ਪਾਵਤ ਸਜ਼ਾ ਦੇ ਮਰਵਈਓ। ਇਹਨਾਂ ਨੇ ਸਾਰਾ ਕੁਝ ਲਿਖ ਕੇ ਨਾ ਇੱਕ ਚਿੱਠੀ ਦੇ ਉੱਪਰ, ਕਾਗਜ਼ ਦੇ ਉੱਪਰ ਲਿਖ ਕੇ, ਕਿਉਂਕਿ ਚਿੱਠੀਆਂ ਦੇ ਆਦਾਨ ਪ੍ਰਦਾਨ ਹੁੰਦਾ ਸੀ, ਅੱਜ ਵਾਂਗ ਨਾ ਫੋਨ ਕਾਲਾਂ ਸੀ ਨਾ ਕੁਝ ਨਹੀਂ ਸੀ। ਕਹਿੰਦੇ ਸਾਰਾ ਕੁਝ ਲਿਖ ਕੇ ਵੀ ਅਸੀਂ ਕਾਫਰ ਨੂੰ ਫੜ ਲਿਆ, ਬੰਦਾ ਸਿੰਘ ਬਹਾਦਰ ਨੂੰ ਅਸੀਂ ਕਾਫਰ ਨੂੰ ਫੜ ਲਿਆ। ਫੜ ਕੇ ਇੱਕ ਕਿਲੇ ਦੇ ਵਿੱਚੋਂ, ਜਿਵੇਂ ਅਸੀਂ ਉਹਨਾਂ ਨੂੰ ਮਤਲਬ ਮਿੱਠੀਆਂ ਗੱਲਾਂ ਕਰਕੇ ਕਹਿਤਾ, ਭਾਵਤ ਸਜ਼ਾ ਦਈ ਮਰਵਈਓ, ਤੇ ਤੁਸੀਂ ਅਸੀਂ ਏਦਾਂ ਕਰਾਂਗੇ ਤੇ ਤੁਸੀਂ ਫੜ ਲੈਣਾ, ਫੜ ਕੇ ਫਿਰ ਉਹਨੂੰ ਮਨ ਪਾਉਂਦੀ ਸਜ਼ਾ ਦਿਓ। ਇਹਨਾਂ ਨੇ ਸਾਰਾ ਕੁਝ ਕਾਗਜ਼ ਤੇ ਲਿਖ ਕੇ ਨਾ ਇੱਕ ਚਿੱਠੀ ਬਣਾ ਕੇ ਉਹਨੂੰ ਫਿਰ ਪੈਕ ਕੀਤਾ। ਉਹਨੂੰ ਕਿਸ ਤਰੀਕੇ ਦੇ ਨਾਲ ਸਰਹੰਦ ਪਹੁੰਚਾਉਣਾ ਜ਼ਿਕਰ ਆਇਆ ਹੈ। ਇਮ ਲਿਖਵਾਸ ਦੰਡ ਮੈਂ ਸੋਰਿਓ, ਜਿਗਰੀ ਕਾਸਦ ਕੋ ਦੈ ਤੋਰਿਓ। ਇਹਨਾਂ ਨੇ ਨਾ ਡਰਦੇ ਵੀ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ। ਇਹਨਾਂ ਨੂੰ ਡਰ ਵੀ ਲੱਗਦਾ ਵੀ ਕਿਤੇ ਸਾਡੀ ਇਸ ਗੱਲ ਦਾ ਪਤਾ ਲੱਗ ਗਿਆ ਨਾ ਵੀ ਅਸੀਂ ਉੱਪਰੋਂ ਖਾਲਸੇ ਨਾਲ ਆ, ਵਿੱਚੋਂ ਅਸੀਂ ਇਹਨਾਂ ਦੇ ਦੁਸ਼ਮਣ ਆ। ਉੱਪਰੋਂ ਮਿੱਠੀਆਂ ਗੱਲਾਂ ਨਾ ਤੇ ਵਿੱਚੋਂ ਅਸੀਂ ਇਹਨਾਂ ਨੂੰ ਮਾਰਨ ਦੇ ਦਾਅ ਪੇਚ ਲਾ ਰਹੇ ਆ, ਭੇਤ ਨਾ ਨਿਕਲ ਜਾਏ ਕਿਤੇ। ਇਹਨਾਂ ਨੇ ਉਹ ਲਿਖ ਕੇ ਚਿੱਠੀ, ਉਹ ਕਾਗਜ਼, ਇੱਕ ਬਾਂਸ ਲਿਆ, ਬਾਂਸ ਦੇ ਵਿੱਚ ਵਿਚਾਲਿਓਂ ਖੋਖਲਾ ਹੁੰਦਾ, ਬਾਂਸ ਦੇ ਵਿੱਚ ਪਾਤੀ ਉਹ ਤੇ ਚਿੱਠੀ ਬਾਂਸ ਦੇ ਵਿੱਚ ਪਾ ਕੇ ਨਾ ਕਹਿੰਦੇ, ਜਿਗਰੀ ਕਾਸਦ ਕੋ ਦੇ ਤੋਰਿਓ। ਇੱਕ ਦਿਲ ਦੇ ਭੇਤੀ ਨੂੰ, ਖਾਸ ਆਦਮੀ ਨੂੰ ਇਹਨਾਂ ਨੇ ਕਹਿਤਾ ਵੀ ਜਾ ਤੂੰ ਇਸ ਢੰਗ ਦੇ ਨਾਲ ਜਾ ਤੇ ਗੁਪਤ ਰੂਪ ਦੇ ਵਿੱਚ ਜਾ ਤੇ ਇਹ ਜਾ ਕੇ ਸਰਹੰਦ ਦੇ ਦੀ ਤੂੰ। ਉਹਨੇ ਬਾਂਸ ਦੇ ਵਿੱਚ ਚਿੱਠੀ ਪਾਈ ਵੀ ਪਤਾ ਹੀ ਨਹੀਂ ਲੱਗਣਾ, ਇਹਨਾਂ ਨੂੰ ਕਿਹੜਾ ਸ਼ੱਕ ਹੋਣਾ ਕੋਈ। ਤੇ ਜਦੋਂ ਬਾਂਸ ਵਿੱਚ ਪਾ ਕੇ ਉਹ ਕਾਗਜ਼ ਤੁਰਿਆ ਹੈ। ਪਾਣਾ ਗੁਰ ਕਾ ਐਸਾ ਭਇਓ, ਜਿਸ ਰਸਤੇ ਕਾਸਦ ਸੋ ਪਇਓ। ਖੇਡ ਕਹਿੰਦੇ ਐਸੀ, ਕਿਉਂਕਿ ਮਨ ਚਾਹਤ ਕਛ ਔਰੈ ਕੀ ਔਰੈ ਭਈ। ਜੋ ਮਨੁੱਖ ਚਾਹੁੰਦਾ ਕਦੇ ਨਹੀਂ ਹੋਇਆ ਕਰਦਾ। ਇਹਨਾਂ ਦੀਆਂ ਸਕੀਮਾਂ, ਇਹਨਾਂ ਦੀਆਂ ਚਾਲਾਂ ਦੇਖੋ ਕੈਸੀਆਂ ਨੇ। ਇਹਨਾਂ ਨੇ ਉਹ ਆਦਮੀ ਭੇਜਤਾ, ਕਹਿੰਦੇ ਜਾ ਵੀ ਸਰਹੰਦ ਚਲਾ ਜਾ, ਆ ਬਾਂਸ ਦਾ ਧਿਆਨ ਰੱਖੀ ਤੇ ਜੇ ਤੇਰੀ ਤਲਾਸੀ ਹੋਊਗੀ ਨਾ, ਬਾਂਸ ਨੂੰ ਪਾਸੇ ਰੱਖਣੀ, ਤੇਰੀ 100 ਵਾਰ ਤਲਾਸੀ ਲਈ ਜਾਣ, ਕੋਈ ਫਰਕ ਨਹੀਂ। ਬਾਂਸ ਦੇ ਵਿੱਚ ਕਿਹੜਾ ਕੋਈ ਕਿਸੇ ਨੇ ਦੇਖਣਾ। ਕਹਿੰਦੇ ਇਹੋ ਜੀ ਗੁਰੂ ਦੀ ਖੇਡ ਵਾਪਰੀ, ਇਹਨੂੰ ਗੁਰੂ ਦੀ ਕਲਾ ਕਹਿ ਲਓ, ਗੁਰੂ ਦਾ ਭਾਣਾ ਕਹਿ ਲਓ। ਕਹਿੰਦੇ ਜਿਸ ਰਸਤੇ ਤੇ ਜਾ ਰਿਹਾ ਸੀ ਉਸੇ ਰਸਤੇ ਤੇ ਅੱਗੇ ਇਹਨੂੰ ਨਾ ਇੱਕ ਊਂਠ ਰੱਖਣ ਵਾਲਾ ਬੰਦਾ ਮਿਲ ਗਿਆ, ਜਾਂ ਕੋਈ ਆਜੜੀ ਮਿਲ ਗਿਆ ਕਹਿ ਲਓ, ਕੋਈ ਪਸ਼ੂ ਚਾਰ ਦਾ ਮਿਲ ਗਿਆ। ਕੁਦਰਤੀ ਤੌਰ ਤੇ ਜਦੋਂ ਇਹਨੂੰ ਮਿਲਿਆ ਉਹਨੇ ਪੁੱਛ ਲਿਆ ਹੈ, ਸ਼ੁਤਰਬਾਨ ਬੰਦੇ ਕਾ ਕਹੀਂ, ਊਠ ਚਰਾਏ ਰਹਿਓ ਥਾ ਵਹੀਂ। ਉਹ ਚਲੋ ਆਪਣੇ ਪਸ਼ੂ ਚਾਰ ਰਿਹਾ, ਇੱਥੇ ਊਠਾਂ ਦਾ ਜ਼ਿਕਰ ਆਇਆ ਹੈ। ਊਠ ਖੇਤ ਮੈਂ ਤਸਿਓ ਤਾਂ ਕਾ, ਇਤ ਤੈ ਕਾਸਦ ਪਹੁੰਚੋ ਬਾਂਕਾ। ਉਹਦਾ ਕਿਤੇ ਊਠ ਧਸ
ਗਿਆ ਜਾਂ ਫਸ ਗਿਆ ਕਿਤੇ ਖੇਤ ਦੇ ਵਿੱਚ। ਭਾਈ ਸਾਹਿਬ ਕਹਿੰਦੇ ਉੱਠ ਨਹੀਂ ਸੀ ਰਿਹਾ, ਨਿਕਲ ਨਹੀਂ ਸੀ ਰਿਹਾ। ਉਹ ਇੱਧਰ ਉੱਧਰ ਵੇਖ ਰਿਹਾ ਸੀ, ਉਹਦੀ ਨਿਗਾਹ ਦੇ ਵਿੱਚ ਕਿਤੇ ਇਹ ਆਦਮੀ ਪੈ ਗਿਆ ਜਿਹੜਾ ਬਾਂਸ ਲੈ ਕੇ ਸਰਹੰਦ ਨੂੰ ਜਾ ਰਿਹਾ ਹੈ। ਸ਼ੀਨ ਤਾਹੇ ਕੀ ਕਰਤੇ ਲਾਠੀ, ਦੌੜ ਉੱਠ ਕੇ ਹਤੀ ਤੋਂ ਫਾਟੀ। ਉਹਨੇ ਮੰਗ ਲਈ ਜਾਂ ਤਾਂ ਐਂ ਕਹਤਾ ਵੀ ਮੈਨੂੰ ਆ ਲਾਠੀ ਦੇ ਦੇ ਜਿਹੜੀ ਤੂੰ ਲੈ ਕੇ ਚੱਲੇ ਆ, ਮੈਂ ਊਠ ਉਠਾ ਲੈਣਾ, ਊਠ ਨੂੰ ਉਠਾਉਣਾ। ਜਾਂ ਇਹਨੇ ਉਦੋਂ ਖੋਲ ਹੀ ਕਹਿ ਲਓ। ਸ਼ੀਨ ਤਾਹੇ ਕੇ ਕਰਤੇ ਲਾਠੀ, ਇਹਨੇ ਉਹ ਬਾਂਸ ਦੀ ਲੱਠ ਜਿਹੜੀ ਸੀ, ਲਾਠੀ ਜਾਣੀ, ਫੜ ਲਈ ਤੇ ਦੌਰ ਊਂਠ ਕੇ ਹਤੀ ਸੋ ਫਾਟੀ। ਤੇ ਹੁਣ ਉਹਨੂੰ ਕੀ ਪਤਾ ਸੀ, ਬਾਂਸ ਬਾਰੇ ਤੁਸੀਂ ਸਾਰਾ ਜਾਣਦੇ ਹੋ। ਤੇ ਜਦੋਂ ਉਹਨੇ ਫੜੀ ਤੇ ਉਹਨੇ ਜ਼ੋਰ ਦੀ ਮਾਰੀ ਨਾ, ਜਦੋਂ ਆਪਣੇ ਊਠ ਦੇ ਵੀ ਉੱਠਦਾ ਨਹੀਂ, ਤੂੰ ਖੜਾ ਨਹੀਂ ਹੁੰਦਾ। ਊਂਠ ਤਾਂ ਉੱਠਿਆ ਜਾਂ ਨਹੀਂ ਉੱਠਿਆ ਗੱਲ ਵਿੱਚ ਹੀ ਰਹਿ ਗਈ। ਜਿਹੜਾ ਬਾਂਸ ਆ ਉਹ ਫਾੜ ਗਿਆ। ਜਦੋਂ ਬਾਂਸ ਫੜ ਗਿਆ ਜੀ, ਕਾਗਜ ਨਿਕਸ ਵਿੱਚ ਤੈ ਗਿਰਿਓ, ਪਿਕ ਸਰਵਾਨ ਤਈ ਸ਼ੱਕ ਪਰਿਓ। ਕਹਿੰਦੇ ਜਦੋਂ ਬਾਂਸ ਪਾੜ ਗਿਆ ਉਹਦੇ ਵਿੱਚ ਜਿਹੜਾ ਕਾਗਜ਼ ਪਾਇਆ ਸੀ ਵੀ ਸਰਹੰਦ ਦੇਖ ਦੋ, ਉਹ ਬਾਂਸ ਪਾੜਨ ਦੇ ਨਾਲ ਕਾਗਜ਼ ਹੇਠਾਂ ਡਿੱਗ ਪਿਆ। ਊਂਠ ਵਾਲਾ ਬੰਦਾ ਵੇਖਦਾ ਵੀ ਕਮਾਲ ਹੈ, ਆ ਬਾਂਸ ਚੋਂ ਕਦੋਂ ਕਾਗਜ਼ ਨਿਕਲਣ ਲੱਗ ਗਏ, ਇਹ ਕੀ ਚੱਕਰ ਬਣਿਆ। ਉਹ ਬੜਾ ਹੈਰਾਨ ਹੋ ਕੇ ਵੇਖਦੇ, ਉਹਨੂੰ ਸ਼ੱਕ ਪਿਆ ਹੈ। ਸੋ ਬੰਦੇ ਢਿੱਗ ਫੜ ਤੇ ਲਿਆਇਓ, ਦੇਖੋ ਕਿਆ ਸਬਬ ਰੱਬ ਲਾਇਓ। ਤੇ ਦਬਦਬਾ ਬਾਬਾ ਬੰਦਾ ਸਿੰਘ ਬਹਾਦਰ ਦਾ, ਉਹਨੇ ਕਿਤੇ ਚਿੱਠੀ ਪੜ੍ਹੀ, ਉਹਨੇ ਦੇਖ ਲਿਆ ਕਿਤੇ ਮਾੜਾ ਮੋਟਾ, ਉਹਨੇ ਜਾਂ ਉਹਨੂੰ ਭੇਤ ਆ ਗਿਆ ਜਾਂ ਉਹਨੂੰ ਸ਼ੱਕ ਸੀਗੀ ਕਿਤੇ, ਜਾਂ ਉਹਨੇ ਪੜ੍ਹ ਲਈ ਕਹਿ ਲੋ। ਬਾਬਾ ਬੰਦਾ ਸਿੰਘ ਬਹਾਦਰ ਕੋਲੇ ਗੱਲ ਪਹੁੰਚ ਗਈ। ਬਾਬਾ ਬੰਦਾ ਸਿੰਘ ਬਹਾਦਰ ਕੋਲੇ ਫੜ ਲਿਆ, ਕਹਿੰਦਾ ਜੀ ਮੇਰਾ ਫਸ ਗਿਆ ਸੀ ਊਠ, ਮੈਂ ਤਾਂ ਉਹਨੂੰ ਕੱਢਣ ਚ ਲੱਗਿਆ ਸੀ ਤੇ ਆਹ ਬੰਦਾ ਕੋਲੋਂ ਦੀ ਜਾ ਰਿਹਾ ਸੀ, ਮੈਂ ਤਾਂ ਬਾਂਸ ਫੜਿਆ ਤੇ ਮਾਰਿਆ ਤੇ ਇਹਦੇ ਚੋਂ ਕਾਗਜ਼ ਨਿਕਲੇ ਤੇ ਕਾਗਜ਼ ਤੇ ਜੋ ਲਿਖਿਆ ਤੁਸੀਂ ਪੜ੍ਹ ਲਓ। ਬਾਬਾ ਬੰਦਾ ਸਿੰਘ ਕੋਲੇ ਫੜ ਲਿਆ ਹੈ। ਜਿਸ ਕਾ ਪਾਪ ਉਸੀ ਕਾ ਬਾਪੈ, ਦਗੇਦਾਰ ਕੋ ਦਗਾ ਮਿਲਾਪੈ। ਦੇਖੋ ਇਹਦਾ ਪਾਪ ਸੀਗਾ, ਉਹ ਪਾਪ ਪ੍ਰਗਟ ਹੋ ਗਿਆ, ਨਸ਼ਰ ਹੋ ਗਿਆ। ਲੋਕੇ ਜਾ ਰਿਹਾ ਸੀ, ਛੁਪ ਕੇ ਕਰ ਰਿਹਾ ਸੀ, ਪਰ ਸਾਰੀ ਗੁੱਲ ਸਾਹਮਣੇ ਆ ਗਿਆ ਹੈ। ਬੰਦੇ ਨੇ ਕਾਸਤ ਬੰਦ ਕੀਆ, ਕਾਗਜ਼ ਸੋ ਪੜਾਏ ਕਰ ਲਿਆ। ਬੰਦਾ ਸਿੰਘ ਬਹਾਦਰ ਨੇ ਉਹ ਕਾਸਤ, ਉਹ ਜਿਹੜਾ ਜਾ ਰਿਹਾ ਸੀ, ਉਹਨੂੰ ਫੜ ਲਿਆ, ਕਹਿੰਦੇ ਨੂੰ ਅੰਦਰ ਬੰਦ ਕਰੋ। ਉਹਨੂੰ ਅੰਦਰ ਬੰਦ ਕੀਤਾ, ਕਾਗਜ਼ ਭਰੀ ਸਭਾ ਚ ਭਰਮੇ ਇਕੱਠ ਦੇ ਵਿੱਚ ਪੜ੍ਹ ਕੇ ਕਹਿੰਦੇ ਵੀ ਸੁਣਾਓ, ਸਾਰਿਆਂ ਨੂੰ ਪਤਾ ਲੱਗੇ ਵੀ ਇਹ ਕਾਗਜ਼ ਦੇ ਉੱਪਰ ਕੀ ਲਿਖਿਆ, ਕਿਹਨੂੰ ਲਿਖਿਆ, ਕਿਹਨੇ ਲਿਖਿਆ ਤੇ ਕਿਵੇਂ ਲਿਖਿਆ, ਇਹਦਾ ਮਤਲਬ ਕੀ ਹੈਗਾ। ਸਾਰਿਆਂ ਦੇ ਸਾਹਮਣੇ ਉਹ ਲੈਟਰ ਪੜ੍ਹਿਆ, ਚਿੱਠੀ ਪੜ੍ਹੀ ਹੈ। ਨਿਜ ਸਭ ਦਲ ਕੋ ਤਿਆਰ ਕਰਾਇਓ, ਮਾਤਵਰੋਂ ਪੈ ਹਾਲ ਸੁਨਾਇਓ। ਉਹਦੇ ਵਿੱਚ ਜੋ ਲਿਖਿਆ ਸੀ, ਇਹ ਲਿਖਿਆ ਸੀ ਇਹਨਾਂ ਨੇ ਜਿਹੜੇ ਮੂੰਹ ਦੇ ਵਿੱਚ ਘਾਹ ਪਾ ਕੇ ਆਏ ਸੀ, ਉਹ ਮੋਤਬਰ ਬੰਦੇ, ਸਿਆਣੇ ਕਹਿਣ ਨੂੰ ਜੀ ਨਹੀਂ ਕਰਦਾ ਮੇਰਾ। ਉਹ ਲੋਕ ਜਿਹੜੇ ਆਏ ਸੀ ਕੱਲ ਬਾਬਾ ਬੰਦਾ ਸਿੰਘ ਬਹਾਦਰ ਦੇ ਸਨਮੁਖ ਲੇਲੜੀਆਂ ਕੱਢਦੇ ਸੀ, ਮਿੰਨਤਾਂ ਕਰਦੇ ਸੀ, ਤਰਲੇ ਕਰਦੇ ਸੀ, ਸਾਨੂੰ ਬਖਸ਼ ਦਿਆ ਜੇ, ਅਸੀਂ ਤੁਹਾਡੇ ਨਾਲ ਰਲ ਕੇ ਚੱਲਾਂਗੇ, ਤੁਸੀਂ ਸਾਡੇ ਹੀ ਹੋ ਸਾਰਾ ਕੁਝ। ਜਦੋਂ ਹੁਣ ਉਹਨਾਂ ਵੱਲੋਂ ਇਹ ਚਿੱਠੀ ਜਿਹੜੀ ਲਿਖੀ ਸੀ ਸਰਹੰਦ ਵੱਲ ਨੂੰ, ਸਰਹੰਦ ਦੇ ਨਵਾਬ ਨੂੰ ਕਹਿ ਲਓ ਵੀ ਤੁਸੀਂ ਨਾ ਦਲ ਤਿਆਰ ਰੱਖੋ, ਤੁਸੀਂ ਆਪਣੀ ਸਾਰੀ ਫੌਜ ਤਿਆਰ ਰੱਖੋ, ਮਾਤ ਬਰੋਬਰ ਹਾਲ ਸੁਣਾਇਓ, ਅਸੀਂ ਇਸ ਤਰ੍ਹਾਂ ਦਾ ਦਾ ਖੇਡ ਰਹੇ ਆ, ਬੰਦਾ ਸਿੰਘ ਬਹਾਦਰ ਨੂੰ ਆਪਾਂ ਘੇਰ ਕੇ ਮਾਰ ਦੇਣਾ ਜਦੋਂ ਤੁਹਾਨੂੰ ਆਖਾਂਗੇ। ਉਹ ਚਿੱਠੀ ਜਦੋਂ ਸਾਰੀ ਖੋਲ ਕੇ ਪੜ੍ਹ ਕੇ ਸੁਣਾਈ ਹੈ। ਗੋਪ ਰਾਖ ਫਿਰ ਤੁਰਕ ਬੁਲਾਏ, ਦਇਆ ਆਦਰ ਸਭ ਨਿਕਟ ਬਿਠਾਏ। ਭਾਈ ਸਾਹਿਬ ਕਹਿੰਦੇ ਗੁਪਤ ਰੱਖ ਕੇ ਫਿਰ ਸਾਰੇ ਤੁਰਕਾਂ ਨੂੰ, ਖਾਸ ਬੰਦਿਆਂ ਨੂੰ ਬੁਲਾਇਆ ਹੈ। ਬਾਤ ਮੁਹੱਬਤ ਕੀ ਬਹੁ ਕਰਕੇ, ਬੂਝੀ ਬਾਤ ਸ਼ਰਾਮੁਦ ਭਰ ਕੇ। ਔਰ ਜਿਹੜੇ ਕੱਲ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ, ਉਹਨਾਂ ਸਾਰਿਆਂ ਨੂੰ ਬੁਲਾਇਆ ਗਿਆ। ਬਾਬਾ ਬੰਦਾ ਸਿੰਘ ਬਹਾਦਰ ਦੇ ਮਨ 'ਚ ਰੋਹ ਆ ਗਿਆ, ਹੁੰਦਾ ਹੀ ਆ ਵੀ ਅਸੀਂ ਤਾਂ ਤੁਹਾਡੀਆਂ ਸਾਰੀਆਂ ਗੱਲਾਂ ਮਾਫ ਕਰਤੀਆਂ, ਅਸੀਂ ਤੇ ਸਾਰੀਆਂ ਗੱਲਾਂ ਤੁਹਾਡੀਆਂ ਮਾਫ ਕਰਕੇ ਤੁਹਾਨੂੰ ਫਿਰ ਵੀ ਬਖਸ਼ਤਾ ਵੀ ਚਲੋ ਕੋਈ ਨਹੀਂ, ਤੇ ਤੁਸੀਂ ਹਾਲੇ ਵੀ ਚਾਲਾਂ ਖੇਡ ਰਹੇ ਹੋ, ਤੁਸੀਂ ਹਾਲੇ ਵੀ ਜਿਹੜਾ ਅਸੀਂ ਦਗਾ ਕਰ ਰਹੇ ਹੋ। ਭਾਈ ਸਾਹਿਬ ਲਿਖਦੇ ਹਨ, ਕਰ ਮਿਤਰਾਈ ਦਗਾ ਜੋ ਕਰ ਹੈ, ਤਾਂ ਕੋ ਦੰਡ ਸ਼ਰਾ ਕਿਆ ਰਰ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਇਕੱਠ ਕੀਤਾ, ਕਹਿੰਦੇ ਬਈ ਦੇਖੋ ਸਾਰੀ ਗੱਲ ਜਿਹੜੀ ਆਪਾਂ ਅੱਜ ਸੁਣੀ ਤੇ ਕੱਲ ਬਈ ਆ ਕੁਝ ਬਾਬਾ ਬੰਦਾ ਸਿੰਘ ਬਹਾਦਰ ਨੇ ਦੱਸ ਕੇ ਕਹਿੰਦੇ ਬਈ ਇਹਨਾਂ ਨੇ ਇੱਕ ਪਾਸੇ ਮਿੱਤਰਤਾ ਕਰ ਰਹੇ ਸੀ, ਦੂਸਰੇ ਪਾਸੇ ਮਿੱਤਰ ਬਣਾ ਕੇ ਸਾਨੂੰ ਮਰਵਾ ਰਹੇ ਸੀ, ਦਗਾ ਖੇਡ ਰਹੇ ਨੇ। ਇਹਨਾਂ ਨੂੰ ਦੱਸੋ ਬਈ ਕਿਹੜਾ ਦੰਡ ਦਿੱਤਾ ਜਾਵੇ, ਇਹ ਕਿਹੋ ਜਿਹੇ ਦੰਡ ਦੇ
ਹੱਕਦਾਰ ਨੇ, ਇਹਨਾਂ ਨੂੰ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ। ਬਿਨਾ ਖਬਰ ਉਨ ਸਾਚ ਬੁਗੋਈ, ਵਾਜਬ ਕਤਲ ਅਹੇ ਨਰ ਸੋਈ। ਕਹਿੰਦੇ ਇਸ ਪਰ ਉਨ ਕੀ ਸਹੀ ਪਵੈਕ ਹੈ, ਫਿਰ ਕਾਗਜ਼ ਸੋ ਉਨੈ ਦਿਖਾਇਕ ਹੈ। ਭਾਈ ਸਾਹਿਬ ਜੀ ਲਿਖਦੇ ਨੇ ਔਰ ਸਾਰੀ ਗੱਲ ਕਹਿੰਦੇ ਜਦੋਂ ਸਾਰਾ ਕੁਝ ਸੰਗਤ ਦੇ ਸਾਹਮਣੇ ਕੀਤਾ ਹੈ। ਅੰਧਕਾਰ ਕੋ ਸੂਰਜ ਜੈਸੇ, ਕਾਲ ਦਿਸਿਓ ਕਾਗਜ ਤਿਨ ਤੈਸੇ। ਅੰਧਕਾਰ ਕੋ ਹਨੇਰੇ ਕੋ ਸੂਰਜ ਜੈਸੇ, ਕਹਿੰਦੇ ਕਾਲ ਦਿਸਿਓ ਕਾਗਜ ਤਿਨ ਤੈਸੇ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਕਾਗਜ਼ ਦਿਖਾਤਾ। ਕਹਿੰਦੇ ਆ ਕਿਹਨੇ ਲਿਖਿਆ, ਕਿਹਨੂੰ ਲਿਖਿਆ, ਕੀ ਲਿਖਿਆ ਹੈ। ਉੱਡੇ ਹਵਾਸ ਤਰਾਸਤ ਬਾਡਾ, ਬੰਦਾ ਭਇਓ ਤਵੈ ਉਠ ਠਾਡਾ। ਕਹਿੰਦੇ ਉਹਨਾਂ ਦੇ ਹਵਾਸ ਉੱਡ ਗਏ। ਉਹ ਆਖਿਆ ਵੀ ਇਹ ਕਿਵੇਂ ਗੱਲ ਸਾਹਮਣੇ ਆ ਗਈ, ਇਹ ਕਿਵੇਂ ਇਹਨਾਂ ਨੂੰ ਪਤਾ ਲੱਗ ਗਿਆ, ਅਸੀਂ ਤੇ ਭਾਫ ਨਹੀਂ ਕੱਢੀ। ਔਰ ਉੱਡੇ ਹਵਾਸ ਤਰਾਸ ਅਤ ਬਾਡਾ, ਨਾਲੇ ਤਾਂ ਹਵਾਸ ਉੱਡ ਗਏ ਉਹਨਾਂ ਦੇ, ਨਾਲੇ ਡਰ ਮਨ ਚ ਪੈਦਾ ਹੋ ਗਿਆ, ਕਿਉਂਕਿ ਸੋ ਡਰੈ ਜੇ ਪਾਪ ਕਮਾਵੰਦਾ ਧਰਮੀ ਬਿਗਸੇਤ। ਕੱਲ ਅੰਮ੍ਰਿਤ ਵੇਲੇ ਬਚਨ ਆਏ ਸੀ ਨਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ। ਉਹ ਡਰਦਾ ਜਿਹਨੇ ਪਾਪ ਕੀਤਾ, ਧਰਮੀ ਬੰਦਾ ਨਹੀਂ ਡਰਦਾ। ਕਹਿੰਦੇ ਨੇ ਬੰਦਾ ਭਇਓ ਤਬੈ ਉਠ ਠਾਡਾ। ਬੰਦਾ ਸਿੰਘ ਬਹਾਦਰ ਨੂੰ ਇਤਨਾ ਰੋਹ ਚੜਿਆ, ਤੁਸੀਂ ਪੀਰ ਬੁੱਧੂ ਸ਼ਾਹ ਦਾ ਕਤਲ ਕੀਤਾ ਹੈ, ਤੁਸੀਂ ਪੀਰ ਬੁੱਧੂ ਸ਼ਾਹ ਦੇ ਪਰਿਵਾਰ ਦਾ ਕਤਲ ਕੀਤਾ ਹੈ, ਤੁਸੀਂ ਸਿੱਖਾਂ ਨਾਲ ਦਗੇ ਕਮਾਏ, ਤੁਹਾਨੂੰ ਤੁਹਾਡੇ ਕੀਤੇ ਦੀ ਸਜ਼ਾ ਭੁਗਤਾ ਰਹੇ ਸੀ, ਤੇ ਤੁਸੀਂ ਮਿਹਨਤਾਂ ਕੀਤੀਆਂ ਸੀ ਬਖਸ਼ਤਾ, ਤੇ ਤੁਸੀਂ ਫੇਰ ਦਗਾ ਖੇਡਣ ਜਾ ਰਹੇ ਹੋ, ਤੁਸੀਂ ਫੇਰ ਸਾਡੇ ਨਾਲ ਇਸ ਤਰ੍ਹਾਂ ਦਾ ਕਰ ਰਹੇ ਹੋ। ਇਤਨਾ ਰੋਹ ਚੜਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਹੁਕਮ ਕੀਤਾ ਹੈ। ਕਤਲ ਆਮ ਕਾ ਹੁਕਮ ਜੋ ਦਿਓ, ਸਿੰਘਨ ਬੰਦੋਬਸਤ ਝਟ ਕੀਓ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਹੁਣ ਨਾ ਵਿਸ਼ਵਾਸ ਕਰੋ ਇਹਨਾਂ ਤੇ, ਇਹਨਾਂ ਦਾ ਕੰਮ ਤਮਾਮ ਕਰ ਦਿਓ, ਇਹਨਾਂ ਨੂੰ ਬਖਸ਼ਣਾ ਨਹੀਂ ਹੈ। ਹੁਕਮ ਕੀਤਾ ਹੈ। ਭਾਵ ਕੇ ਗਿਆ ਏ ਤੁਰਕਨ ਜੋ ਕਹਾ, ਤੂਰ ਬਹੁਤ ਬਖਸ਼ਣ ਪੀ ਚਾਹਾ। ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਬਾਬਾ ਜੀ ਨੇ ਜਦੋਂ ਇਸ਼ਾਰਾ ਕੀਤਾ ਨਾ, ਸਿੰਘ ਟੁੱਟ ਕੇ ਪੈ ਗਏ ਫੇਰ ਛਡੌਰੇ ਨੂੰ, ਬਈ ਹੁਣ ਨਹੀਂ ਛੱਡਣਾ ਇਹਨੂੰ। ਗਿਆਨੀ ਜੀ ਲਿਖਦੇ ਹਨ, ਬੰਦੇ ਕਹੇਓ ਹਵੇਲੀ ਇੱਕ ਮੈਂ, ਜਿਤਕ ਤਸੈ ਹੋ ਬਚੈ ਹੋ ਤਿਤ ਮੈਂ। ਚਲੋ ਉਹ ਘਬਰਾ ਗਏ, ਜਦੋਂ ਬਹੁਤ ਘਬਰਾਏ, ਡਰ ਗਏ, ਉਹਨਾਂ ਨੂੰ ਮੌਤ ਦੀ ਸੀ। ਉਹਨਾਂ ਨੇ ਪਤਾ ਕੀ ਕੀਤਾ, ਉਹ ਫੇਰ ਮਿਹਨਤਾਂ ਕਰਨ ਲੱਗ ਪਏ, ਫੇਰ ਤਰਲੇ ਕਰਨ ਲੱਗ ਪਏ। ਕਹਿੰਦੇ ਜੀ ਬਖਸ਼ ਦਿਓ, ਹੁਣ ਨਹੀਂ ਕਰਦੇ, ਐ ਨਹੀਂ ਕਰਦੇ। ਜਦੋਂ ਏਦਾਂ ਕਰਨ ਲੱਗੇ, ਬਾਬਾ ਬੰਦਾ ਸਿੰਘ ਬਹਾਦਰ ਨੇ ਹੁਣ, ਉਹਨਾਂ ਨੇ ਚਾਲ ਖੇਡੀ ਸੀ ਨਾ, ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਨ ਸੋਚਿਆ ਹੁਣ ਮੈਂ ਤੁਹਾਡੇ ਨਾਲ ਚਾਲ ਖੇਡੂ, ਤੁਹਾਨੂੰ ਪਤਾ ਵੀ ਲੱਗਣਾ। ਇਹ ਨਾ ਸਮਝੋ ਵੀ ਖਾਲਸਾ ਐਵੇਂ ਹੀ ਹੈ, ਤੇ ਅਸੀਂ ਤੇ ਇਹਨਾਂ ਚੱਕਰਾਂ 'ਚ ਪੈਂਦੇ ਨਹੀਂ। ਸਾਨੂੰ ਗੁਰੂ ਨੇ ਆਖਿਆ ਹੋਇਆ ਵੀ ਇਹ ਚਲਾਕੀਆਂ ਹੁਸ਼ਿਆਰੀਆਂ ਨਹੀਂ ਬਹੁਤੀਆਂ ਕਰਨੀਆਂ, ਮਨ 'ਚ ਕਪਟ ਨਹੀਂ ਰੱਖਣਾ, ਉੱਪਰੋਂ ਮਿੱਠੇ ਨਹੀਂ ਬਣਨਾ, ਕਿਉਂਕਿ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਸਾਨੂੰ ਮਹਾਰਾਜ ਨੇ ਇਸ਼ਾਰੇ ਕੀਤੇ ਹੋਏ ਨੇ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆਓ ਕਰੋ ਬਈ, ਕਿਉਂਕਿ ਮੁਖੀਏ ਬੰਦੇ ਸੀਗੇ, ਇਹ ਮੁਖੀਆਂ ਦਾ ਸਾਰਾ ਜੱਬ ਛੇੜਿਆ ਹੋਇਆ, ਉਹੀ ਆਏ ਸੀ ਜਿਹੜੇ ਸੀਗੇ। ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆਓ ਕਰੋ, ਚਲੋ ਤੁਹਾਨੂੰ ਬਖਸ਼ਿਆ। ਉਹਨਾਂ ਦੇ ਸਾਹ ਵਿੱਚ ਸਾਹ ਆਇਆ ਮਨ 'ਚ, ਕਹਿੰਦੇ ਲੈ ਫੇਰ ਆ ਗਏ ਗੱਲਾਂ ਸਾਡੀਆਂ 'ਚ, ਲੈ ਹੁਣ ਫੇਰ ਸਾਡੀਆਂ ਗੱਲਾਂ 'ਚ ਆ ਗਏ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਆਓ ਕਰੋ, ਬੰਦੇ ਕਹਿਓ ਹਵੇਲੀ ਇੱਕ ਮੈਂ। ਜਿਹੜੀ ਪੀਰ ਬੁੱਧੂ ਸ਼ਾਹ ਦੀ ਹਵੇਲੀ ਸੀਗੀ ਨਾ, ਉਸ ਹਵੇਲੀ 'ਚ ਕਹਿੰਦੇ ਜਿਹੜੇ ਜਾ ਕੇ ਵੜ ਜਾਣਗੇ ਉਹਨਾਂ ਨੂੰ ਬਖਸ਼ ਦਿਆਂਗਾ ਮੈਂ। ਬਈ ਮੈਂ ਸਢੌਰੇ ਨੂੰ ਫੇਰ ਦੇਣਾ, ਹੁਣ ਸਢੌਰੇ ਨੂੰ ਖਾਲਸੇ ਨੇ ਐਨ ਮਲੀਆ ਮੇਟ ਕਰ ਦੇਣਾ, ਕੋਈ ਨਹੀਂ ਛੱਡਣਾ। ਚੁੱਪ ਕਰਾ ਤਾ ਕੌਣ, ਤੇ ਸਢੌਰੇ ਦੇ ਵਿੱਚ ਕਿਸੇ ਨੂੰ ਵੀ ਨਹੀਂ ਛੱਡਣਾ ਹੈਗਾ, ਸਾਰਿਆਂ ਦਾ ਕੰਮ ਤਮਾਮ ਕਰ ਦੇਣਾ। ਜਿਹਨੇ ਬਚਣਾ ਇਉਂ ਕਰੋ ਹਵੇਲੀ ਦੇ ਵਿੱਚ ਜਾ ਕੇ ਵੜ ਕੇ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿਆ ਜੀ, ਸੁਨ ਉਨ ਚਾਰ ਕਰੀ ਪੁਨ ਚਾਹੀ, ਤਸਨੇ ਹੇਤ ਹਵੇਲੀ ਮਾਹੀ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੁਹਾਨੂੰ ਇੰਨਾ ਟਾਈਮ ਦਿੱਤਾ, ਚਲੋ 4 ਘੜੀਆਂ ਦਾ ਹੈ ਤੇ ਜ਼ਿਆਦਾ ਲੱਗਦਾ, ਫਿਰ ਵੀ ਖੁੱਲੇ ਦਿਲ ਨਾਲ ਦਿੱਤਾ ਵੀ ਕੋਈ ਰਹਿ ਨਾ ਜਾਵੇ। ਬਾਬਾ ਜੀ ਕਹਿੰਦੇ ਵੀ 4 ਘੜੀਆਂ ਦਾ ਤੁਹਾਨੂੰ ਦਿੱਤਾ ਟਾਈਮ, ਜਿਹੜਾ ਹਵੇਲੀ 'ਚ ਜਾ ਕੇ ਵੜ ਗਿਆ ਉਹਨੂੰ ਬਖਸ਼ ਦਾਂਗੇ, ਉਹਨੂੰ ਛੱਡ ਦੇਾਂਗੇ, ਬਾਕੀ ਸਾਰੇ ਸਢੌਰੇ ਨੂੰ ਅੱਗ ਲਾ ਦੇਣੀ ਹੈ। ਵੱਡੇ ਵੱਡੇ ਨਾਮੀ ਥੇ ਜੇਈ, ਲੈ ਕੁਟੰਬ ਨਿਜ ਨਿਜ ਕੋ ਤੇਈ। ਹੁਣ ਜਦੋਂ ਕੋਈ ਇਹੋ ਜਿਹੀ ਗੱਲ ਹੋਵੇ ਤੇ ਮਾੜਿਆਂ ਧੀੜਿਆਂ ਨੂੰ ਕੌਣ ਪੁੱਛਦਾ, ਮਾੜਿਆਂ ਨੂੰ ਤਾਂ ਧੱਕੇ ਮਾਰ ਕੇ ਬੰਦਾ ਕੱਢ ਦਿੰਦਾ। ਕਦੇ ਵੀ ਜਿੱਥੇ ਬੈਨੀਫਿਟ ਦੀ ਗੱਲ ਹੋਵੇ ਨਾ, ਜਿੱਥੇ ਕੁਝ ਲੈਣ, ਜਿੱਥੇ ਬੜੇ ਬੰਦੇ ਮੂਹਰੇ ਆਉਂਦੇ ਨੇ, ਗਰੀਬ ਤਾਂ ਵਿਚਾਰੇ ਪਿੱਛੇ ਹੀ ਰਹਿ ਜਾਂਦੇ ਨੇ।
ਇਹ ਜਿਹੜੀ ਹਵੇਲੀ ਸੀ, ਉਹ ਜਿਹੜੇ ਬੰਦੇ ਆਏ ਸੀ, ਬੜੇ ਬੜੇ ਰਈਸ, ਬੜੇ ਬੜੇ ਖਾਸ ਬੰਦੇ, ਉਹਨਾਂ ਨੇ ਭੱਜ ਕੇ ਜਾ ਕੇ ਹਵੇਲੀ ਮੱਲ ਲਈ। ਉਹ ਆਪਣੇ ਕੁਟੰਬ ਨੂੰ ਵੀ ਲੈ ਗਏ ਨਾਲ, ਜਿਹਦੀ ਪਤਨੀ ਚੱਲ ਪਈ, ਬੱਚੇ ਨੇ ਚੱਲ ਪਈ, ਮਾਂ ਪਿਓ ਚੱਲ ਪਈ, ਬਈ ਆਪਾਂ ਹੀ ਬਚੀਏ, ਬਾਕੀ ਤਾਂ ਸਾਰਾ ਛਡੌਰਾ ਭਾਵੇਂ ਅੱਗ ਲੱਗ ਜੇ। ਉਹ ਆਪ ਬੜੀ ਹਵੇਲੀ ਇੱਕ ਤਕੈਕ ਹੈ, ਕਹਿੰਦੇ ਜਦੋਂ ਗਏ ਸਾਰੇ ਲੈ ਕੁਟੰਬ ਨਿਜ ਨਿਜ ਕੋ ਤੇਈ, ਆਪਣੇ ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ ਵੀ ਲੈ ਗਏ ਜੀ। ਵੱਡੀ ਹਵੇਲੀ ਏਕ ਤਕੈ ਕੈ, ਤਸੇ ਤਾਹੇ ਜਿਸ ਮੈਂ ਸਭ ਜੈ ਕੈ। ਹਵੇਲੀ ਜਿਹੜੀ ਸੀਗੀ ਉਹਦੇ ਵਿੱਚ ਧਸੀ ਜਾ ਰਹੇ ਨੇ, ਫਸੀ ਜਾ ਰਹੇ ਨੇ। ਜਦੋਂ ਆਏ ਹੋਵੇ ਫਿਰ ਤਾਂ ਹੁੰਦਾ ਹੀ ਹੈ, ਫਿਰ ਚਾਹੇ ਉਹਦੀ ਕੰਪੈਸਿਟੀ ਮੰਨ ਲਓ 100 ਬੰਦਿਆਂ ਦੀ ਹੈ, ਉਹਦੇ ਚ 500 ਬੰਦਾ ਵੀ ਘੁਸੜ ਮੁਸੜ ਕਰਕੇ ਵੜ ਜੂ। ਜਦੋਂ ਆਏ ਹੋਵੇ ਵੀ ਚਲੋ ਕੋਈ ਗੱਲ ਨਹੀਂ, ਬਚਣਾ ਹੀ ਹੈ, ਕਹਿੰਦੇ ਨੇ ਵਿੱਚ ਧਸੀ ਜਾ ਰਹੇ ਨੇ, ਫਸੀ ਜਾ ਰਹੇ ਹਨ। ਇਹੋ ਵਾਇਦਾ ਸੁਣ ਸੁਣ ਤਬ ਹੀ, ਤਸਤ ਹਵੇਲੀ ਜਾਵਤ ਸਭ ਹੀ। ਜਿਹੜੀ ਹਵੇਲੀ ਚ ਬੜੀ ਜਾਂਦੇ ਨੇ, ਉਹ ਭਾਈ ਮੈਨੂੰ ਵੀ ਬਾੜ ਲਓ, ਮੈਂ ਵੀ ਬਚ ਜੂ, ਮੈਨੂੰ ਵੀ ਬਾੜ ਲਓ, ਆਪਣਿਆਂ ਨੂੰ ਬਾੜ ਲਿਆ, ਦੂਜੇ ਤੀਜਿਆਂ ਨੂੰ ਬਾੜ ਲਿਆ। ਜਿਹੜੀ ਹਵੇਲੀ ਪੂਰੀ ਤਰ੍ਹਾਂ ਨੱਕੋ ਨੱਕ ਭਰ ਗਈ ਜੀ। ਇੱਕ ਕੇ ਉੱਪਰ ਚੜਿਓ ਏਕੈ, ਦਲੇ ਮਲੇ ਮਰ ਗਏ ਅਨੇਕੈ। ਇਹ ਬਾਬਾ ਬੰਦਾ ਸਿੰਘ ਬਹਾਦਰ ਦੀ ਗੇਮ ਹੈ। ਕਹਿੰਦੇ ਵੀ ਆਓ ਕਰੋ, ਜਦੋਂ ਸਾਰੀ ਭਰ ਗਈ, ਹੁਣ ਲੋਕ ਬਹੁਤ ਨੇ, ਛਡੌਰਾ ਕਿਹੜਾ ਛੋਟਾ ਸੀ, ਹਵੇਲੀ ਕਿੱਡੀ ਕੁ ਹੋਊਗੀ ਮੰਨ ਲਓ ਤੁਸੀਂ, ਚਲੋ ਕੰਪੈਸਿਟੀ 100 ਬੰਦਿਆਂ ਦੀ, 200 ਬੰਦਿਆਂ ਦੀ, 300 ਦੀ, ਹੁਣ ਸਾਰਾ ਛਡੌਰਾ ਤੇ ਰਿਹਾ ਅੰਦਰੋਂ ਆਉਣੋਂ। ਤੇ ਉਹ ਇੱਕ ਦੂਜੇ ਦੇ ਉੱਪਰ ਚੜ ਗਏ, ਕਹਿੰਦੇ ਕੌਣ ਪੁੱਛਦਾ, ਹੁਣ ਜਿਹੜੇ ਉੱਪਰ ਚੜ ਗਏ ਬਸ ਦੱਬੋ ਦੱਬੀ, ਸਾਰੇ ਜਦੋਂ ਨੱਕੋ ਨੱਕ ਭਰ ਗਈ। ਹੇ ਇੱਕ ਕੇ ਉੱਪਰ ਚੜਿਓ ਏਕੈ, ਦਲੇ ਮੱਲੇ ਮਰ ਗਏ ਅਨੇਕੈ। ਭਾਈ ਸਾਹਿਬ ਕਹਿੰਦੇ ਹੇਠਲਿਆਂ ਦਾ ਸਾਹ ਵੀ ਨਹੀਂ ਪੁੱਛਿਆ ਕਿਸੇ ਨੇ ਵੀ ਤੈਨੂੰ ਆਉਂਦਾ ਕਿ ਨਹੀਂ ਆਉਂਦਾ, ਤੂੰ ਠੀਕ ਹੈ ਕਿ ਨਹੀਂ, ਬਸ ਕੁਸੜ ਮੁਸੜ ਐਸੀ ਹੋਈ। ਹੇਠ ਉੱਪਰ ਸੇ ਐਸੇ ਭਰੀ, ਮਛਰੀ ਜੈਸ ਜਾਰ ਮੈਂ ਭਰੀ। ਤੁਸੀਂ ਮਛਲੀਆਂ ਦੇਖੀਆਂ ਨੇ ਜਾਲ 'ਚ ਫਸੀਆਂ ਹੋਈਆਂ, ਹੁਣ ਮਛਲੀ ਦੇ ਉੱਪਰ ਇੱਕੋ ਹੀ ਜਾਲ ਦੇ ਵਿੱਚ 20 20 50 50 100 100 ਮੱਛੀ ਹੁੰਦੀ ਹੈ, ਔਰ ਉਹ ਕਿੰਨੀਆਂ ਹੀ ਹੁੰਦੀਆਂ ਨੇ, ਉਹ ਜਾਲ ਦੇ ਵਿੱਚ ਇੱਕ ਦੂਜੇ ਦੇ ਉੱਪਰ ਏਦਾਂ ਹੀ ਹੁੰਦੀਆਂ ਨੇ। ਐ ਜਿਵੇਂ ਮਛਲੀਆਂ ਜਾਲ 'ਚ ਹੁੰਦੀਆਂ ਨੇ, ਏਦਾਂ ਹੀ ਹਵੇਲੀ ਉਹਨਾਂ ਆਦਮੀਆਂ ਨਾਲ ਭਰ ਗਈ ਜੀ। ਬਦਕ ਕਾ ਥੈਲਾ ਜਨ ਹੋਈ, ਕਿਦੋ ਮ੍ਰਿਤ ਕਾ ਮੁਖ ਹੀ ਸੋਈ। ਭਾਈ ਸਾਹਿਬ ਕਹਿੰਦੇ ਨੇ ਜਦੋਂ ਸਾਰੇ ਭਰ ਗਏ, ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਵੀ ਟਾਈਮ ਇੰਨਾ ਦਿੱਤਾ ਤੁਹਾਨੂੰ, ਜਿਹਨੇ ਬਚਣਾ ਹਵੇਲੀ 'ਚ ਜਾ ਵੜੋ ਜੀ। ਲੋਕੈ ਮਾਨਿਓ ਥਾਇਮ ਸੱਚ ਹੈ, ਇਹਾਂ ਤਸੈ ਜੋ ਸੋ ਵਚ ਹੈ। ਲੋਕ ਸੱਚ ਮੰਨ ਗਏ ਸਾਰੇ, ਖਾਸ ਕਰਕੇ ਉਹ ਲੋਕ ਜਿਨ੍ਹਾਂ ਨੇ ਪਿੱਛੇ ਸਾਰਾ ਕੁਝ ਕੀਤਾ, ਸੱਚ ਮੰਨ ਕੇ ਵਿੱਚ ਧਸ ਗਏ। ਬਈ ਜਿਹੜਾ ਉਹ ਇਹ ਕਹਿਣ ਲੱਗੇ ਵੀ ਜਿਹੜਾ ਇੱਥੇ ਆਜੂ ਉਹੀ ਬਚੂਗਾ। ਜਾਤੇ ਚਾਰ ਤਰਫ ਤੇ ਚੜ ਚੜ, ਗਿਰੈ ਹਵੇਲੀ ਮੈਂ ਹੀ ਵੜ ਵੜ। ਭਾਈ ਸਾਹਿਬ ਕਹਿੰਦੇ ਨੇ ਸਾਰੇ ਭੱਜ ਭੱਜ ਕੇ ਦੌੜ ਦੌੜ ਕੇ ਗਏ ਹਨ। ਬੰਦੇ ਦਗਾ ਦਗੇ ਸੋ ਕੀਨਾ, ਜੈਸੇ ਸੋ ਤੈਸਾ ਵਰਤੀਨਾ। ਦੇਖੋ ਜੈਸੇ ਨੂੰ ਤੈਸਾ ਫਲ, ਬੰਦੇ ਦਗਾ ਦਗੇ ਸੋ, ਬੰਦੇ ਨੇ ਦਗਾ ਨਹੀਂ ਕੀਤਾ, ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਦਗੇ ਨਾਲ ਦਗਾ ਕੀਤਾ। ਉਹਨਾਂ ਨੇ ਦਗਾ ਕੀਤਾ ਸੀ ਨਾ, ਬਖਸ਼ਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ। ਬੰਦੇ ਬਣ ਕੇ ਰਹਿੰਦੇ ਸ਼ਾਇਦ ਇੱਥੋਂ ਤੱਕ ਗੱਲ ਨਾ ਪਹੁੰਚਦੀ, ਪਰ ਉਧਰ ਕਹਿੰਦੇ ਨੇ ਅਸੀਂ ਤੁਹਾਡੇ ਆਂ ਜੀ, ਤੁਸੀਂ ਤੇ ਬੜੇ ਪ੍ਰਤਾਪੀ ਹੋ, ਤੁਹਾਡੇ ਨਾਲ ਮੇਲ ਜੋ ਰੱਖਣਾ ਚਾਹੁੰਦੇ ਆ, ਮਿੱਠੀਆਂ ਮਿੱਠੀਆਂ ਗੱਲਾਂ। ਤੇ ਗੁਪਤ ਰੂਪ ਦੇ ਵਿੱਚ ਚਿੱਠੀ ਭੇਜਤੀ ਵੀ ਸਾਡੀਆਂ ਗੱਲਾਂ 'ਚ ਆ ਗਿਆ ਬੰਦਾ ਸਿੰਘ ਬਹਾਦਰ, ਚੜਾ ਲਿਓ ਫੌਜਾਂ ਤੇ ਕੰਮ ਤਮਾਮ ਕਰੋ। ਇਹ ਤਾਂ ਕੁਦਰਤ ਨੇ ਖੇਡ ਵਰਤਾਈ, ਕੁਦਰਤ ਨੇ ਸਾਥ ਦਿੱਤਾ। ਉਹ ਚਿੱਠੀ ਫੜੀ ਗਈ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਤਾ ਲੱਗਿਆ, ਰੋਹ ਚੜਿਆ। ਹਵੇਲੀ 'ਚ ਬਾੜ ਤੇ ਸਾਰੇ ਕਹਿੰਦੇ ਜੈਸੇ ਸੋ ਤੈਸਾ ਵਰਤੀਨਾ, ਜੈਸੇ ਨੂੰ ਤੈਸਾ ਫਲ ਦੇ ਰਹੇ ਹਨ। ਖਟਿਓ ਇੱਕ ਤੈ ਭਗਨੋਂ ਰੁਕ ਜਾ ਹੈ, ਦੂਜੇ ਵੱਡੇ ਵੱਡੇ ਸੋਐ ਹੈ। ਕਹਿੰਦੇ ਨੇ ਭਾਈ ਸਾਹਿਬ, ਕਹਿੰਦੇ ਇਸ ਤਰ੍ਹਾਂ ਮਤਲਬ ਇਉਂ ਸੀ ਵੀ ਕੋਈ ਬਾਹਰ ਨਹੀਂ ਸੀ ਰਹਿਣਾ ਚਾਹੁੰਦਾ। ਸੋਈ ਭਈ ਬਾਤ ਮਨ ਭਾਈ, ਨਿਕਲ ਜਾਣ ਤੇ ਕਰਤ ਕਰਾਈ। ਜਦੋਂ ਸਾਰੇ ਅੰਦਰ ਵੜ ਗਏ ਜੀ, ਤੁਰਕ 50 ਜਵਾਨ ਗਹਾਏ, ਕਹਿਓ ਕਰੋ ਤੁਮ ਕਤਲ ਇਨਾਏ। ਭਾਈ ਸਾਹਿਬ ਜੀ ਕਹਿੰਦੇ ਫਿਰ ਜਦੋਂ ਸਾਰੇ ਅੰਦਰ ਬਾੜ ਲਏ, ਜਿਹੜੇ ਤੁਰਕਾਂ ਦੇ 50 ਜਵਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਫੜੇ ਹਨ। ਤੁਮਰੀ ਜਾਣੈ ਤੋ ਬਖਸ਼ੈ ਹੈ, ਆਏ ਉਹਨੇ ਇਸ ਲਾਲਚ ਮੈਂ ਹੈ। ਹਵੇਲੀ ਨੂੰ ਲਾਤਾ ਲੋਕ, ਹਵੇਲੀ ਦੇ ਕਰਤੇ ਬੂਹੇ ਬੰਦ, ਵੀ ਤੁਹਾਨੂੰ ਇਹ ਬਖਸ਼ਣਾ, ਬਾਕੀ ਤੇ ਅੱਗ ਲਾ ਦੇਣੀ ਹੈ। ਜਿਹੜੇ ਉਹਨਾਂ ਦੇ 50 ਜਵਾਨ ਸੀ ਤਕੜੇ, ਉਹਨਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਫੜ ਲਿਆ। ਕਹਿੰਦੇ ਵੀ ਤੁਸੀਂ ਬਚਣਾ? ਉਹ ਕਹਿੰਦੇ ਜੀ ਸਾਨੂੰ ਬਚਾ ਲਓ। ਕਹਿੰਦੇ ਆਇਓ ਕਰੋ, ਜਿਹੜੇ ਅੰਦਰ ਨੇ ਸਾਰਿਆਂ ਦਾ ਕਤਲ ਕਰ ਦਿਓ,
ਤੁਮਰੀ ਜਾਣੈ ਤੋ ਬਖਸ਼ੈ ਹੈ, ਤੁਹਾਨੂੰ ਤਾਂ ਬਖਸ਼ਾਂਗੇ ਜੇ ਅੰਦਰ ਲਿਆਂਦਾ ਕੰਮ ਤਮਾਮ ਕਰੋਗੇ। ਆਏ ਉਹਨੇ ਇਸ ਲਾਲਚ ਮੇ ਹੈ, ਉਹ ਲਾਲਚ ਦੇ ਵਿੱਚ ਆ ਗਏ। ਕੌਣ ਪੁੱਛਦਾ ਆਪਣਿਆਂ ਨੂੰ ਫਿਰ ਉੱਥੇ ਬਈ ਆਪਾਂ ਆਪਣਾ ਸੋਚੋ, ਜਿਹੜੇ ਅੰਦਰ ਨੇ ਕੰਮ ਤਮਾਮ ਕਰੋ। ਉਹਨਾਂ ਦੇ ਕੋਲੋਂ ਉਹਨਾਂ ਦੇ ਬੰਦੇ ਮਰਵਾਏ ਨੇ। ਕਤਲ ਕਰੇ ਸਭ ਫਰ ਤਰਵਾਰੈ, ਜ਼ਿਮੀਂਦਾਰ ਜਿਉ ਕਟਤ ਜਮਾਰੈ। ਕਹਿੰਦੇ ਜਿਵੇਂ ਜ਼ਿਮੀਂਦਾਰ ਕਿਸਾਨ ਚਰੀ ਨੂੰ ਵੱਢਦਾ ਨਾ, ਆਏ ਇਹਨਾਂ ਨੇ ਫਿਰ ਉਹ ਸਾਰੇ ਬੰਦੇ ਵੱਢ ਤਰੇ। ਕਰੀਮ ਕਰੀਮ ਅੰਦਰ ਗਈ ਸੀ, ਐਨ ਕਰੀਮ ਅੰਦਰ ਚਲੀ ਗਈ ਸੀ। ਮਾੜੇ ਮੋਟਿਆਂ ਤੋਂ ਜਾਣ ਨਹੀਂ ਨਾ ਦਿੱਤਾ। ਐਨ ਕਹਿੰਦੇ ਕਹਾਉਂਦੇ ਸਰਦਾਰ ਮੁਖੀਏ ਬੰਦੇ ਆਪਣੇ ਪਰਿਵਾਰਾਂ ਨੂੰ ਲੈ ਕੇ ਵੱਢ ਧਰੇ ਹਨ। ਉਤਰਾ ਕਰ ਉਨਕਾ ਸਭ ਡਾਰਾ, ਤਾਮ ਕਪੂਤਨ ਜੈਸ ਮਜ਼ਾਰਾ। ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਇਸ ਤਰ੍ਹਾਂ ਉਹਦਾ ਕੁਤਰਾ ਕਰ ਦਿੱਤਾ। ਉਹਨਾਂ ਨੂੰ ਉਹਨਾਂ ਦੇ ਕੀਤੇ ਦੀ ਸਜ਼ਾ ਭੁਗਤਾਈ ਹੈ। ਪੰਗੀ ਚੁੱਕਨੇ ਬਹੁਤੇ ਲਾਹੇ, ਚਾਰ ਕੂਪ ਤਿੰਨ ਸੂ ਪਰਵਾਏ। ਚਾਰ ਖੂਹ ਭਰ ਗਏ ਫਿਰ ਉਹਨਾਂ ਨਾਲ। ਭਾਈ ਸਾਹਿਬ ਜੀ ਲਿਖਦੇ ਨੇ, ਕਹਿੰਦੇ ਮਿੱਟੀ ਸਹਿ ਦਰਵਾਏ ਸੋ ਦੀਨੈ, ਜੋ ਬੰਦੇ ਨੇ ਬਦਲੇ ਲੀਨੇ। ਮਿੱਟੀ ਚ ਦੱਬ ਤਾ ਉਹਨਾਂ ਤੁਰਕਾਂ ਨੂੰ। ਚਾਰ ਖੂਹ ਭਰਨ ਦਾ ਜ਼ਿਕਰ ਆਇਆ। ਕਹਿੰਦੇ ਵੱਡੋ ਸ਼ਹਿਰ ਥਾ ਤਵੈ ਸਢੌਰਾ, ਤਬ ਤੈ ਉਜਰਿਓ ਬਸਿਓ ਨਾ ਠੌਰਾ। ਗਿਆਨੀ ਜੀ ਕਹਿੰਦੇ ਉਹ ਵੱਡਾ ਸ਼ਹਿਰ ਵੱਡਾ ਸਢੌਰਾ ਸੀਗਾ। ਕਹਿੰਦੇ ਐਸਾ ਬਾਬਾ ਬੰਦਾ ਸਿੰਘ ਬਹਾਦਰ ਨੇ ਉਜਾੜਿਆ, ਅੱਜ ਤੱਕ ਤਾਪ ਨਹੀਂ ਆਇਆ। ਜਿਹੜਾ ਉਸਮਾਨ ਖਾਨ ਸੀਗਾ ਨਾ, ਉਥੋਂ ਦਾ ਨਵਾਬ ਸੀਗਾ ਕਹਿ ਲਓ, ਜਾਂ ਉਹਦਾ ਜ਼ਿਕਰ ਆਇਆ। ਕਹਿੰਦੇ ਉਹ ਹੱਥ 'ਚ ਨਹੀਂ ਸੀ ਆਉਂਦਾ, ਤੇ ਉਹ ਉਸਮਾਨ ਖਾਨ ਨੂੰ ਜਿਹੜਾ ਸੀ ਐਸੀ ਮੌਤ ਬਾਬਾ ਬੰਦਾ ਸਿੰਘ ਬਹਾਦਰ ਨੇ ਮਾਰਿਆ, ਜਿਹੜਾ ਬੜੀਆਂ ਗੱਲਾਂ ਕਰਦਾ ਸੀ। ਇਹਨੂੰ ਨਾ ਕੀ ਕੀਤਾ, ਇਹ ਬਾਗੀ ਮਤਲਬ ਇਹ ਲੜਨ ਲਈ ਜਦੋਂ ਉਹ ਹੋ ਗਿਆ, ਜਿਹੜੇ ਪੀਰ ਬੁੱਧੂ ਸ਼ਾਹ ਦੇ ਸਿੱਖ ਸੀਗੇ, ਚੇਲੇ ਸੀਗੇ, ਉਹਨਾਂ ਨੇ ਗੇਮ ਖੇਡੀ। ਉਹ ਉਸਮਾਨ ਖਾਨ ਨੂੰ ਕਹਿੰਦੇ ਜੀ ਅਸੀਂ ਤੁਹਾਡੇ ਨਾਲ ਆ, ਤੁਸੀਂ ਐਂ ਕਰੋ, ਤੁਸੀਂ ਸਾਡੀ ਹਵੇਲੀ 'ਚ ਵੜ ਜਾਓ ਜਾ ਕੇ। ਤੇ ਉਹ ਵੀ ਵੜ ਗਿਆ ਸੀ, ਉਹਨੂੰ ਅੱਗ ਲਾਤੀ ਸੀਗੀ ਉਸ ਬਾਬਾ ਬੰਦਾ ਸਿੰਘ ਬਹਾਦਰ ਨੇ। ਭਾਈ ਸਾਹਿਬ ਲਿਖਦੇ ਨੇ, ਕਹਿੰਦੇ ਐਸਾ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰਾ ਉਜਾੜਿਆ ਹੈ। ਕਤਲ ਹਵੇਲੀ ਸੋ ਮਸ਼ਹੂਰ ਹੈ, ਅਬ ਲੌਜਨ ਕਹਤੇ ਜ਼ਰੂਰ ਹੈ। ਤੁਸੀਂ ਜਾ ਕੇ ਪਤਾ ਕਰ ਲਿਓ, ਅੱਜ ਤੱਕ ਤੁਹਾਨੂੰ ਉਹ ਨਿਸ਼ਾਨੀਆਂ ਮਿਲ ਜਾਣਗੀਆਂ, ਅੱਜ ਤੱਕ ਤੁਹਾਨੂੰ ਚਿੰਨ ਮਿਲ ਜਾਣਗੇ। ਮੈਨੂੰ ਕੱਲ ਕਥਾ ਤੋਂ ਬਾਅਦ ਸੱਜਣ ਮਿਲੇ ਸੀ, ਕਹਿੰਦੇ ਜੀ ਸਢੌਰੇ ਮੇਰੇ ਸਹੁਰੇ ਨੇ। ਕਹਿੰਦਾ ਮੈਂ ਵੇਖਿਆ ਸਾਰਾ ਕੁਝ ਅੱਖਾਂ ਸਾਹਮਣੇ ਆ ਗਿਆ ਜੋ ਤੁਸੀਂ ਅੱਜ ਬਿਆਨ ਕੀਤਾ। ਕਹਿੰਦਾ ਲੂ ਕੰਡੇ ਖੜੇ ਹੋ ਗਏ ਮੇਰੇ ਤਾਂ। ਮੈਂ ਤਾਂ ਸੋਚਿਆ ਹੀ ਨਹੀਂ ਸੀ ਕਦੇ ਵੀ ਆਹ ਹਿਸਟਰੀ ਆ ਸਾਡੀ। ਅਸੀਂ ਤਾਂ ਉਹੀ ਵਹਿੰਦੇ ਸੀ ਵੀ ਖੰਡਰ ਜੇ ਨੇ, ਪਤਾ ਨਹੀਂ ਕੀ ਹੈ ਖੰਡਰ ਜੇ, ਰੋਈ ਜੀ ਕੀ ਹੈ। ਹੁਣ ਪਤਾ ਲੱਗਿਆ ਵੀ ਸਾਡੇ ਬਾਬਿਆਂ ਨੇ, ਸਾਡੇ ਬਜ਼ੁਰਗਾਂ ਨੇ, ਸਾਡੇ ਯੋਧਿਆਂ ਨੇ, ਸਾਡੇ ਜਰਨੈਲਾਂ ਨੇ, ਗੁਰੂ ਕੇ ਸਿੱਖਾਂ ਨੇ ਇਹ ਉਹਨਾਂ ਨੂੰ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ ਸੀ। ਕਹਿੰਦੇ ਅੱਜ ਮੇਰੀ ਨਿਗਾਹ 'ਚ ਹੋਰ ਤਰ੍ਹਾਂ ਦਾ ਹੋ ਗਿਆ ਸਾਰਾ ਕੁਝ। ਅੱਜ ਮੈਨੂੰ ਮਾਣ ਹੁੰਦਾ, ਮੈਂ ਹੁਣ ਜਦੋਂ ਜਾਵਾਂਗਾ ਨਾ, ਹੁਣ ਚੰਗੀ ਤਰ੍ਹਾਂ ਵੇਖਾਂਗਾ, ਗੌਰ ਨਾਲ ਦੇਖਣੀਆਂ ਚਾਹੀਦੀਆਂ ਨੇ ਚੀਜ਼ਾਂ। ਇਹ ਸਾਡਾ ਇਤਿਹਾਸ ਹੈ, ਇਹ ਹਿਸਟਰੀ ਹੈ। ਆਪਣੀ ਜਨਰੇਸ਼ਨ ਨੂੰ, ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ। ਇਸ ਡੌਰੇ ਦੇ ਅੱਜ ਤੱਕ ਵੀ ਹਾਲਤ ਤੁਸੀਂ ਵੇਖ ਸਕਦੇ ਹੋ, ਹਾਲੇ ਤੱਕ ਤਾਪ ਨਹੀਂ ਆਇਆ। ਭਾਈ ਸਾਹਿਬ ਜੀ ਲਿਖਦੇ ਹਨ, ਵਿਦ ਕਤਲ ਲੂਟ ਕਰ ਵੈ ਕੈ, ਪਾਛੇ ਅਮਨ ਸਭਨ ਕੋ ਦੈ ਕੈ। ਸਢੌਰੇ ਤਾਂ ਬਚ ਜਾਂਦਾ ਜੇ ਕਿਤੇ ਇਹ ਬਾਬਾ ਬੰਦਾ ਸਿੰਘ ਬਹਾਦਰ ਨਾਲ ਆ ਚਾਲ ਜੀ ਨਾ ਖੇਡਦੇ। ਇਹ ਤਾਂ ਕੁਦਰਤ ਨੂੰ ਨਹੀਂ ਮਨਜ਼ੂਰ, ਕੁਦਰਤ ਨੇ ਐਸਾ ਕੰਮ ਕਰਵਾਤਾ। ਉਹ ਚਿੱਠੀ ਫੜੀ ਗਈ ਤੇ ਉਹ ਸਾਰੀ ਚੋਟੀ ਦੇ ਬੰਦੇ ਜਿਹੜੇ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਕਤਲ ਕੀਤੇ ਨੇ। ਵੱਡਾ ਖਜ਼ਾਨਾ ਉਹਨਾਂ ਦੇ ਹੱਥ ਲੱਗਿਆ ਹੈ। ਦੋਹਰਾ ਥੀ ਦਰਵਾਜੇ ਉਪਰੈ, ਜਗਾ ਪੀਰ ਕੀ ਜੋਏ। ਜਿਹੜੀ ਪੀਰ ਦੀ ਜਗ੍ਹਾ ਸੀ, ਤੁਸੀਂ ਪਿੱਛੇ ਸੁਣਿਆ, ਹਿੰਦੂ ਆ ਕੇ ਕਹਿਣ ਲੱਗੇ ਸੀ, ਕਹਿੰਦੇ ਬਾਬਾ ਜੀ ਸਾਨੂੰ ਐਂ ਕਰਦੇ ਨੇ, ਤੰਗ ਕਰਦੇ ਨੇ, ਜਿੱਥੋਂ ਦੀ ਸਾਨੂੰ ਹੇਠ ਲੰਘਣਾ ਪੈਂਦਾ ਇਤਿਆਦਕ। ਬਾਬਾ ਬੰਦਾ ਸਿੰਘ ਬਹਾਦਰ ਨੇ ਆਖਿਆ ਵੀ ਉਹਦਾ ਕੀ ਕੀਤਾ ਜਾਏ। ਬਹੁ ਗਿਣਤੀ ਕਹਿਣ ਲੱਗੀ ਵੀ ਉਹ ਜਗ੍ਹਾ ਢਾ ਦਿੱਤੀ ਜਾਏ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਪੜ੍ਹ ਦਿਓ ਸੋਹਿਲਾ, ਕਰ ਦਿਓ ਅਰਦਾਸਾ, ਛੱਡ ਦਿਓ ਜੈਕਾਰਾ। ਉਹਨੂੰ ਢਾ ਦਿੱਤਾ ਗਿਆ ਜੀ। ਸੋ ਢਹਾਏ ਪੁਨ ਕਬਰ ਤੇ ਹੈ, ਪੁਟਵਾਈ ਥਿਰ ਹੋਏ। ਕਹਿੰਦੇ ਅਸਥੀ ਤਾਹੇ ਨਿਕਾਰ ਕੈ ਦਈ ਆਗ ਮੈਂ ਜਾਰ। ਉਹਦੀਆਂ ਅਸਥੀਆਂ ਤੱਕ ਕੱਢ ਕੇ ਅੱਗ ਦੇ ਵਿੱਚ ਜਾਲੀਆਂ। ਇੰਨਾ ਰੋਹ ਸੀਗਾ। ਇਹ ਤਾਂ ਹੋਇਆ, ਉਹਨਾਂ ਨੇ ਕੰਮ ਐਸੇ ਕੀਤੇ ਨੇ। ਬਹੁਤੇ ਸਾਡੇ ਇਤਿਹਾਸਕਾਰ ਕਹਿੰਦੇ ਜੀ ਬਾਬਾ ਬੰਦਾ ਸਿੰਘ ਬਹਾਦਰ ਤਾਂ ਬਹੁਤਾ ਪੱਥਰ ਦਿਲ ਸੀਗਾ, ਬਹੁਤ ਹੀ ਕਠੋਰ ਦਿਲ ਸੀਗਾ। ਉਹਨੇ ਤਾਂ ਮੁਸਲਮਾਨਾਂ ਦੀਆਂ ਕਬਰਾਂ ਪੱਟ ਕੇ ਮੁਰਦਿਆਂ ਨੂੰ ਕੱਢ ਕੇ ਅੱਗਾਂ ਲਾਈਆਂ। ਕੰਮ ਐਸੇ ਕੀਤੇ ਨੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੋਈ ਚਾਅ ਨਹੀਂ ਸੀ ਚੜਿਆ ਹੋਇਆ, ਕੋਈ ਸ਼ੌਂਕ ਨਹੀਂ ਸੀ, ਹੁਕਮ ਸੀ ਗੁਰੂ ਮਹਾਰਾਜ ਦਾ।
ਬਈ ਉਹਨਾਂ ਨੂੰ ਸਜ਼ਾ ਦੇਣੀ ਹੈ। ਉਦੋਂ ਨਹੀਂ ਸੀ ਪਤਾ ਜਦੋਂ ਦੁੱਧ ਸੀਰ ਬੱਚਿਆਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੁਸੀਂ ਦੀਵਾਰਾਂ 'ਚ ਖੜਾ ਕਰਕੇ ਸ਼ਹੀਦ ਕਰਵਾਇਆ ਸੀ। ਇਹਨਾਂ ਦਾ ਸਾਥ ਸੀ ਸਾਰਿਆਂ ਦਾ। ਜਦੋਂ ਪੀਰ ਬੁੱਧੂ ਸ਼ਾਹ ਦਾ ਕਸੂਰ ਕੀ ਸੀਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੰਗਾਣੀ ਦੇ ਜੰਗ ਵਿੱਚ ਸਹਾਇਤਾ ਕੀਤੀ, ਉਹਦੇ ਸਾਰੇ ਪਰਿਵਾਰ ਨੂੰ ਤੁਸੀਂ ਕਤਲ ਕਰਤਾ। ਉਦੋਂ ਨਹੀਂ ਸੀ ਪਤਾ। ਬਾਬਾ ਬੰਦਾ ਸਿੰਘ ਬਹਾਦਰ ਨੇ ਉਹਨਾਂ ਦੇ ਕੀਤੇ ਦਾ ਫਲ ਭੁਗਤਾਇਆ ਜੀ। ਗਦਾ ਏਕ ਮਰਵਾਏ ਕਹਿ ਦਾਬਿਓ ਤਾਹੇ ਮਜ਼ਾਰ। ਜਿੱਥੇ ਉਹ ਪੀਰ ਸੀਗਾ ਨਾ, ਜਿੱਥੇ ਉਹ ਪੀਰ ਦੱਬਿਆ ਹੋਇਆ ਸੀਗਾ, ਉਹ ਪੀਰ ਦੀ ਕਬਰ ਚੋਂ ਕੱਢ ਕੇ ਉਹਨੂੰ ਤਾਂ ਲਾਈ ਅੱਗ, ਉਹਦੀ ਜਗ੍ਹਾ ਇੱਕ ਗਧਾ ਮਾਰ ਕੇ ਦੱਬ ਦਿੱਤਾ ਜੀ। ਔਰ ਮਕਬਰੇ ਭੀ ਕਈ ਇਸੀ ਤੌਰ ਪੁੱਟਵਾਏ। ਦੇਖੋ ਭਾਈ ਸਾਹਿਬ ਕਹਿੰਦੇ ਬਾਕੀ ਜਿੱਥੇ ਇਹੋ ਜੇ ਜ਼ੁਲਮੀ ਵਰਤੀ ਦੇ ਮਾਲਕ ਲੋਕ ਜਿਨ੍ਹਾਂ ਨੂੰ ਦਫਨਾਇਆ ਗਿਆ ਸੀ, ਕਹਿੰਦੇ ਤਾਹੇ ਨਕਾਰ ਕੇ ਉਹਨਾਂ ਦੀਆਂ ਅਸਥੀਆਂ ਤੱਕੜੀਆਂ ਗਈਆਂ ਜੀ। ਮਾਰ ਨਗਾਰਾ ਤਹਾਂ ਤੈ ਲੈ ਲਸ਼ਕਰ ਨਿਜ ਸੰਗ। ਇਦਾਂ ਦੀਆਂ ਗੱਲਾਂ ਨਾ ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਜਾਜ਼ਤ ਨਾ ਦਿੱਤੀ ਹੋਵੇ। ਚਲੋ ਜੇ ਕਿਸੇ ਨੂੰ ਲੱਗਦਾ ਵੀ ਗੁਰੂ ਕਾ ਖਾਲਸਾ ਐਸਾ ਨਹੀਂ ਕਰਦਾ, ਬਿਲਕੁਲ ਸਹੀ ਹੋ ਸਕਦਾ ਹੈ, ਪਰ ਇਹਨਾਂ ਰੋਜ਼ ਹੀ ਲੋਕਾਂ ਦੇ ਵਿੱਚ ਇਤਨੀ ਲੋਕਾਂ ਦੇ ਵਿੱਚ ਬਦਲਾ ਲੂ ਭਾਵਨਾ ਸੀ ਤੇ ਬਹੁਤੇ ਲੋਕਾਂ ਨੇ ਆਪੇ ਜਾ ਕੇ ਕਬਰਾਂ ਪੱਟ ਕੇ ਉਹਨਾਂ ਨੂੰ ਅੱਗਾਂ ਲਾਤੀਆਂ, ਉਹਨਾਂ ਦੀਆਂ ਅਸਥੀਆਂ ਕੱਢ ਕੇ ਉਹਨਾਂ ਨੂੰ ਅੱਗਾਂ ਲਾਤੀਆਂ। ਜਦੋਂ ਲੋਕ ਰੋਹ ਹੋਵੇ ਨਾ, ਫਿਰ ਨਹੀਂ ਕੋਈ ਪੁੱਛਦਾ ਹੁੰਦਾ। ਫਿਰ ਤੇ ਪਤਾ ਨਹੀਂ ਕਿੱਧਰ ਨੂੰ ਇਹ ਹੜ ਚਲਾ ਜਾਏ, ਫਿਰ ਪਤਾ ਨਹੀਂ ਕਿੱਧਰ ਨੂੰ ਹੋ ਜਾ, ਫਿਰ ਇਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੁੰਦਾ। ਇਸ ਕਰਕੇ ਭਾਈ ਸਾਹਿਬ ਲਿਖਦੇ ਨੇ, ਸਡੌਰਾ ਬਾਬਾ ਬੰਦਾ ਸਿੰਘ ਬਹਾਦਰ ਨੇ 1709 ਚ ਹੀ ਫਤਿਹ ਕਰ ਲਿਆ ਸੀ। ਅਕਤੂਬਰ 1708 ਦੇ ਵਿੱਚ ਮਹਾਰਾਜ ਨੇ ਭੇਜਿਆ ਸੀ ਉਹਨੂੰ ਪੰਜਾਬ, ਤੇ ਥੋੜੇ ਜਿਹੇ ਸਮੇਂ ਦੇ ਵਿੱਚ ਵੱਡੀਆਂ ਤਾਕਤਾਂ ਸੀ ਇਹ, ਇਹਨਾਂ ਵੱਲ ਕੋਈ ਅੱਖ ਪੁੱਟ ਕੇ ਨਹੀਂ ਸੀ ਵੇਖ ਸਕਦਾ। ਏਡੀਆਂ ਵੱਡੀਆਂ ਤਾਕਤਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਿਵੇਂ ਖਤਮ ਕੀਤਾ ਹੈ। ਮਾਰ ਨਗਾਰਾ ਤਹਾਂ ਤੈ ਲੈ ਲਸ਼ਕਰ ਨਿਜ ਸੰਗ। ਨਗਾਰੇ ਤੇ ਚੋਟਾਂ ਮਾਰੀਆਂ ਗਈਆਂ, ਜਿੱਤ ਦੀਆਂ ਖੁਸ਼ੀਆਂ ਮਨਾਈਆਂ ਗਈਆਂ ਜੀ। ਹਰਫ ਸਹਾਰਨਪੁਰ ਚੜਿਓ ਬੰਦਾ ਪੁਨਾ ਨੇ ਸੰਗ। ਫਿਰ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਚੜੇ ਹਨ, ਨਗਾਰੇ ਤੇ ਚੋਟਾਂ ਮਾਰ ਕੇ ਸਿੱਖਾਂ ਦੇ ਹੌਸਲੇ ਬੁਲੰਦ ਹੋ ਗਏ। ਬਹੁਤ ਵੱਡੀ ਪੱਧਰ ਤੇ ਉਹਨਾਂ ਨੂੰ ਹੋਰ ਉਹਨਾਂ ਦੇ ਮਨ ਦੇ ਵਿੱਚ ਕੁਝ ਕਰਨ ਮਰਨ ਦੀ ਭਾਵਨਾ ਪੈਦਾ ਹੋਈ। ਕਹਿੰਦੇ ਇੱਥੋਂ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਚੱਲਿਆ ਹੈ। ਭਗੈ ਤੁਰਕ ਸੁਨ ਅਗਰਹੀ ਜਿਤ ਜਿਤ ਬੰਦਾ ਜਾਏ। ਲਿਖਦੇ ਨੇ ਕਹਿੰਦੇ ਤੁਰਕ ਨਾ ਹੁਣ ਜਿੱਦ ਨੂੰ ਪਤਾ ਲੱਗਦਾ ਵੀ ਬਾਬਾ ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਤੁਰਕ ਘਰ ਛੱਡ ਕੇ ਦੌੜਨ ਲੱਗ ਗਏ। ਘਰ ਛੱਡ ਕੇ ਨਿਕਲ ਜਾਂਦੇ ਸੀ ਵੀ ਇੱਧਰ ਨੂੰ ਆ ਰਿਹਾ ਵੀ ਕਿਤੇ ਆਪਣੇ ਤੇ ਨਾ ਕਿ ਟੁੱਟ ਕੇ ਪੈ ਜਾਏ, ਇੰਨਾ ਡਰ ਬੈਠ ਗਿਆ। ਭਾਈ ਸਾਹਿਬ ਕਹਿੰਦੇ ਜਿੱਤ ਜਿੱਤ ਬੰਦਾ ਜਾਏ, ਜਿੱਧਰ ਜਿੱਧਰ ਨੂੰ ਬੰਦਾ ਮੂੰਹ ਕਰਦਾ ਹੈ। ਸਹਾਰਨਪੁਰ ਆਦਿ ਕਹਿ ਬਸਤੀ ਬਹੁ ਲੁਟਵਾਏ। ਸਹਾਰਨਪੁਰ ਦੇ ਵਿੱਚ ਵੀ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸਿੱਖ ਫੌਜਾਂ ਤੋਂ ਉੱਥੋਂ ਦੇ ਦੋਸ਼ੀਆਂ ਜ਼ਾਲਮਾਂ ਨੂੰ ਸਜ਼ਾਵਾਂ ਦਿਵਾਈਆਂ ਜੀ। ਫਿਰਿਓ ਤਰਫ ਸਰਹੰਦ ਪੁਨ ਆਇਓ ਮੁਚਨ ਕਪਾਲ। ਫਿਰ ਬਾਬਾ ਬੰਦਾ ਸਿੰਘ ਬਹਾਦਰ ਦਾ ਮੂੰਹ ਸਰਹੰਦ ਵੱਲ ਨੂੰ ਹੋਇਆ। ਸਰਹੰਦ ਅੱਖਾਂ 'ਚ ਰੜਕਦਾ ਹੈ। ਗੁਰੂ ਗੋਬਿੰਦ ਸਿੰਘ ਨੇ ਸਰਹੰਦ ਦਾ ਖਾਸ ਜ਼ਿਕਰ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਹ ਹੈ ਵੀ ਕਦੋਂ ਸਰਹੰਦ ਨੂੰ ਫਤਿਹ ਕਰਾਂ, ਕਦੋਂ ਸਰਹੰਦ ਦੇ ਹਾਕਮ ਵਜ਼ੀਦ ਖਾਨ ਨੂੰ ਉਹਦੇ ਕੀਤੇ ਦਾ ਫਲ ਭੁਗਤਾਵਾਂ। ਉਧਰੋਂ ਵਜ਼ੀਦ ਖਾਨ ਨੂੰ ਵੀ ਇਹੀ ਡਰ ਲੱਗਦਾ, ਰਾਤ ਨੂੰ ਉੱਬੜ ਉੱਬੜ ਉੱਠਦਾ, ਆ ਗਿਆ ਬੰਦਾ ਸਿੰਘ, ਆ ਗਿਆ ਬੰਦਾ ਸਿੰਘ। ਉਹਨੂੰ ਬੰਦੇ ਕਹਿੰਦੇ ਨੇ ਭੁਲੇਖੇ ਪੈਂਦੇ ਨੇ ਹੁਣ ਤੈਨੂੰ, ਤੇ ਉਹਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਜਾ ਕੇ ਜਿਵੇਂ ਦੱਬਣਾ ਉਹ ਆਪਾਂ ਕੱਲ ਨੂੰ ਵਾਚਾਂਗੇ, ਵਿਚਾਰਾਂਗੇ। ਗੌਰਵਮਈ ਇਤਿਹਾਸ ਹੈ ਸਾਡਾ, ਮਾਣਮੱਤਾ ਇਤਿਹਾਸ ਹੈ, ਇਹ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਇਹ ਆਪ ਯਾਦ ਰੱਖਿਓ। ਵਿਹਲੇ ਬੈਠ ਕੇ ਨਾ ਜਦੋਂ ਆਪਾਂ ਲੋਕਾਂ ਦੀਆਂ ਗੱਲਾਂ ਕਰਦੇ ਆਂ ਐਵੇਂ ਇੱਧਰਲੀਆਂ ਉੱਧਰਲੀਆਂ ਉਹ ਗੱਲਾਂ ਛੱਡ ਕੇ ਇਹ ਇਤਿਹਾਸ ਦੀਆਂ ਗੱਲਾਂ ਕਰਿਆ ਕਰੋ, ਆਪਣੇ ਬੱਚਿਆਂ ਨੂੰ ਦੱਸਿਆ ਕਰੋ। ਤੁਹਾਡੇ ਬਜ਼ੁਰਗ ਐਸੇ ਹੋਏ ਨੇ, ਗੁਰੂ ਕੀਆਂ ਬਖਸ਼ਿਸ਼ਾਂ ਦੇ ਵਿੱਚ ਇਤਨੀ ਵੱਡੀ ਤਾਕਤ ਹੈ। ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹੋ ਜੀ ਤਾਕਤ ਦੇ ਕੇ ਪੰਜਾਬ ਦੇ ਵਿੱਚ ਭੇਜਿਆ। ਗੁਰੂ ਕਿਤਨਾ ਵਲੀ ਹੈ, ਗੁਰੂ ਕਿਤਨਾ ਸਮਰੱਥ ਹੈ। ਆ ਕੁਝ ਹੋਇਆ, ਫਿਰ ਸਾਨੂੰ ਪਤਾ ਲੱਗੇ। ਸਾਨੂੰ ਮਾਣ ਹੋਏਗਾ ਆਪਣੇ ਆਪ ਤੇ, ਸਿੱਖ ਹੋਣ ਤੇ ਮਾਣ ਹੋਏਗਾ ਸਾਨੂੰ। ਸਾਡੇ ਬਜ਼ੁਰਗ ਬੜੇ ਮਹਾਨ ਨੇ। ਜੋ ਕੌਮਾਂ ਆਪਣੇ ਇਤਿਹਾਸ ਨੂੰ ਭੁੱਲ ਜਾਂਦੀਆਂ ਨੇ ਉਹ ਨਵਾਂ ਇਤਿਹਾਸ ਸਿਰਜਣ ਤੋਂ ਅਸਮਰੱਥ ਹੋ ਜਾਂਦੀਆਂ ਨੇ, ਔਰ ਉਹਨਾਂ ਨੂੰ ਆਪਣੇ ਆਪ ਤੇ ਮਾਣ ਵੀ ਹੋਣੋਂ ਹਟ ਜਾਂਦਾ। ਸਾਨੂੰ ਮਾਣ ਹੋਣਾ ਚਾਹੀਦਾ, ਗਰਵ ਹੋਣਾ ਚਾਹੀਦਾ ਇਸ ਗੱਲ ਦਾ। ਗੁਰੂ ਕਿਰਪਾ ਕਰਨ, ਰਹਿਮਤ ਕਰਨ। ਵਾਚਾਂਗੇ ਸਰਹੰਦ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਅੱਖਾਂ 'ਚ ਰੜਕਦੀ ਹੈ। ਹਾਲੇ ਹੋਰ ਕਿਹੜੇ ਕਿਹੜੇ ਸਥਾਨ ਨੇ, ਕਿਵੇਂ ਫਤਿਹ ਕਰਦੇ ਨੇ, ਸਾਰਾ ਕੁਝ ਅਗਲੇ ਦਿਨਾਂ 'ਚ ਵਿਚਾਰਾਂਗੇ। ਅੱਜ ਬਸ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ।
ਸਾਰੀ ਸੰਗਤ ਦਾ ਧੰਨਵਾਦ, ਭੁੱਲ ਚੁੱਕ ਦੀ ਮਾਫੀ। ਆਓ ਅਖੀਰਲੀਆਂ ਪੰਕਤੀਆਂ ਦਾ ਪਾਠ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਭਗੈ ਤੁਰਕ ਸੁਨ ਅਗਰਹੀ, ਜਿਤ ਜਿਤ ਬੰਦਾ ਜਾਏ। ਸਹਾਰਨਪੁਰ ਆਦ ਕੈ, ਬਸਤੀ ਬਹੁ ਲੁਟਵਾਏ। हे अच्युत हे पार ब्रह्म अविनाशी अगन, अगनास। हे पूरन हे सर्व मैं दुख भंजन गुण दास। हे संगी हे निरंकार, हे निरंकार निर्गुण सब टेक। टेक। हे गोविंद हे गुण निदान, निदान जाकै सदा विवेक। हे अपरंपर हर हर हरे अहम पी होवन, बनहार। हे संतः कै सदा संग निदारा। आधार। हे ठाकुर हूँ दासरो मैं निर्गुण गुण नहीं, होए। नानक दीजै नाम दान, राखो हियै परोए। आए प्रभ शरनागति, कृपा निध दयाल। एक अखर हर मन, बसत नानक होत निहाल। एक अखर हर मन, बसत नानक होत निहाल। वाहिगुरु जी का खालसा, वाहिगुरु जी की फतेह।